ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਤੇ ਸੰਗਤ ਜੀ, ਅੱਜ ਦਾ ਸਾਡਾ ਜਿਹੜਾ ਸ਼ਨੀਵਾਰ ਦਾ ਸੈਸ਼ਨ ਹੈ, ਲਹਿਰੇ ਨੇ ਗਿਆਨੀ ਗੁਰਮੁਖ ਸਿੰਘ ਜੀ ਖਾਲਸਾ, ਪ੍ਰਚਾਰਕ SGPC ਅੰਮ੍ਰਿਤਸਰ। ਤੇ ਵੀਰ ਜੀ ਨੇ ਅੱਜ ਦਾ ਜਿਹੜਾ ਟੌਪਿਕ ਆਪ ਦਿੱਤਾ, ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਕਰੰਟ ਚੱਲ ਰਹੀਆਂ ਸੀਗੀਆਂ, ਜਿਵੇਂ ਅਸੀਂ ਹੁਣ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਸ਼ਹੀਦੀ ਪੁਰਬ ਅਸੀਂ ਲੰਘ ਕੇ ਗਿਆ ਹੈ। ਹੋਰ ਵੀ ਬਹੁਤ ਸਾਰੀਆਂ ਸਿੱਖ ਸਮਾਜ ਵਿੱਚ ਚੀਜ਼ਾਂ ਹੋ ਰਹੀਆਂ ਨੇ। ਅੱਜ ਕਿਸਾਨ ਅੰਦੋਲਨ ਖਤਮ ਹੋਇਆ ਹੈ, ਇੱਕ ਬਹੁਤ ਹੀ ਸਫਲ ਜਿੱਤ ਕਵਾਂਗੇ, ਜਿਨ੍ਹਾਂ ਦਾ 1 ਸਾਲ ਤੋਂ ਵੀ ਉੱਪਰ ਦਾ ਜਿਹੜੀ ਕੜੀ ਪਰਿਸ਼ਰਮ ਉਹਨਾਂ ਨੇ ਕੀਤਾ ਸੜਕਾਂ ਤੇ ਬਹਿ ਕੇ, ਤੇ ਉਹ ਅੱਜ ਆਪਣੇ ਆਪਣੇ ਘਰਾਂ ਨੂੰ ਮੁੜ ਰਹੇ ਨੇ। ਤੇ ਵੀਰ ਜੀ ਨੇ ਟੌਪਿਕ ਵੀ ਸਾਨੂੰ ਇਸ ਤਰ੍ਹਾਂ ਦਾ ਦਿੱਤਾ ਕਿ ਸਿੱਖ ਸੰਘਰਸ਼ ਤੋਂ ਸਿੱਖ ਰਾਜ ਤੱਕ ਦਾ ਸਫ਼ਰ। ਤੇ ਮੇਰੇ ਖਿਆਲ ਵੀਰ ਜੀ ਇਹਦੇ 'ਚ ਬਹੁਤ ਚੀਜ਼ਾਂ ਸਾਨੂੰ ਚਾਨਣ ਪਾਉਣਗੇ, ਸਾਨੂੰ ਇਹਦੇ ਥਰੂ ਲੈ ਕੇ ਚੱਲਣਗੇ ਕਿ ਜਾਂ ਐਗਜ਼ਾਮਪਲਸ ਦੇ ਥਰੂ ਹੋ ਸਕੇਗਾ ਜਾਂ ਬਾਣੀ ਤਾਂ ਬਿਲਕੁਲ ਹੋਏਗੀ, ਤਾਂ ਕਿ ਅਸੀਂ ਵੀ ਇਹਨੂੰ ਸਮਝੀਏ ਕਿ ਸਿੱਖ ਸੰਘਰਸ਼ ਤੋਂ ਸਿੱਖ ਰਾਜ ਤੱਕ ਕਿਵੇਂ ਪਹੁੰਚਣਾ ਹੈ ਜੀ, ਤੇ ਅਸੀਂ ਕਿੱਦਾਂ ਪਹੁੰਚੇ ਵੀ ਹੈ। ਤੇ ਗਿਆਨੀ ਜੀ, ਓਵਰ ਟੂ ਯੂ, ਲੈਟਸ ਬਿਗਿਨ ਦੀ ਕਲਾਸ। ਅਸੀਂ ਕਲਾਸ ਸ਼ੁਰੂ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੁੜ ਰਹੀ ਗੁਰਸਿੱਖ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਟੌਪਿਕ ਆਪ ਜੀ ਨਾਲ ਸਾਂਝ ਪਾਉਣੀ ਹੈ, ਸਿੱਖ ਸੰਘਰਸ਼ ਤੋਂ ਸਿੱਖ ਰਾਜ ਤੱਕ ਦਾ ਸਫ਼ਰ ਦੀ ਵਿਚਾਰਨਾ ਹੈ ਕਿ ਸਿੱਖ ਧਰਮ ਦੇ ਅੰਦਰ ਸਟਾਰਟਿੰਗ ਤੋਂ ਲੈ ਕਰਕੇ ਸਿੱਖ ਧਰਮ ਦੀਆਂ ਬੁਨਿਆਦਾਂ ਇੱਕ ਤਰ੍ਹਾਂ ਦੀਆਂ ਦ੍ਰਿੜਤਾ ਦੇ ਨਾਲ ਰੱਖੀਆਂ ਗਈਆਂ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 1469 ਤੋਂ ਬਾਅਦ ਦੇ ਵਿੱਚ, ਇਵੇਂ ਕਹਿ ਲਈਏ ਕਿ 1501 ਤੋਂ ਲੈ ਕੇ 1601 ਤੱਕ ਦਾ ਜਿਹੜਾ ਜਿੰਨਾ ਵੀ ਪੂਰਨ ਤੌਰ ਦੇ ਉੱਤੇ ਸਮਾਂ ਬਤੀਤ ਹੋਇਆ, ਧਾਰਮਿਕ ਮਤੇ ਦੇ ਅਨੁਸਾਰ ਵਿਚਾਰਧਾਰਕ ਉਸਾਰੀ ਵਿੱਚ 100 ਸਾਲ ਬਤੀਤ ਹੋ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਤਿਹਾਸ ਦੀਆਂ ਪੈੜਾਂ ਦੇ ਅੰਦਰ ਉਹ ਬੀਜ ਬੀਜੇ, ਜਿਨ੍ਹਾਂ ਦੇ ਵਿੱਚ ਅੱਗੇ ਜਾ ਕੇ ਦ੍ਰਿੜਤਾ ਦੇ ਨਾਲ ਅਸੀਂ ਉਸ ਚੀਜ਼ ਦੇ ਪਾਂਧੀ ਬਣਨਾ ਸੀ, ਰਾਹੀ ਬਣਨਾ ਸੀ। ਜੋ ਸਿਧਾਂਤ ਅਸਲ ਦੇ ਵਿੱਚ ਕਈ ਵਾਰੀ ਅਸੀਂ ਇੱਥੋਂ ਥੋੜਾ ਜਿਹਾ ਭੁੱਲ ਜਾਂਦੇ ਹਾਂ ਕਿ ਗੁਰੂ ਨਾਨਕ ਨੇ ਜੋ ਸਿਧਾਂਤ ਦਿੱਤੇ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਤੋਂ ਵੱਖਰੇ ਕਰ ਦਿੱਤੇ। ਗੁਰੂ ਅਰਜਨ ਦੇਵ ਜੀ ਨੇ ਜੋ ਸਿਧਾਂਤ ਦਿੱਤੇ, ਗੁਰੂ ਗੋਬਿੰਦ ਸਿੰਘ ਨੇ ਉਹਨਾਂ ਤੋਂ ਵੱਖਰੇ ਕਰ ਦਿੱਤੇ। ਲੇਕਿਨ ਇਸ ਗੱਲ ਦਾ ਥੋੜਾ ਜਿਹਾ ਵਿਚਾਰਨਾ ਹੈ ਕਿ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ, ਉਹੀ ਸਿਧਾਂਤ ਗੁਰੂ ਅਰਜਨ ਦੇਵ ਜੀ ਨੇ ਰੱਖੇ। ਜੋ ਗੁਰੂ ਅਰਜਨ ਦੇਵ ਜੀ ਨੇ ਦਿੱਤੇ, ਉਹਨਾਂ ਦੇ ਉੱਤੇ ਪਹਿਰਾ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦੇਣਾ ਕੀਤਾ। ਬੇਸ਼ੱਕ ਉਹ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੇ ਮੇਰਿਆ ਮਾਰਗ ਪੈਰ ਧਰੇ ਜਸਰ ਦੀਜੈ ਕਾਣ ਨਾ ਕੀਜੈ। ਪੰਜਵੇਂ ਨਾਨਕ ਨੇ ਇਹੀ ਗੱਲ ਆਖੀ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਫਿਰ 10ਵੇਂ ਨਾਨਕ ਨੇ ਕਲਗੀਧਰ ਪਾਤਸ਼ਾਹ ਨੇ ਸਿਰ ਸਪਸ਼ਟ ਤੌਰ ਦੇ ਉੱਤੇ ਪੰਜਾਂ ਪਿਆਰਿਆਂ ਕੋਲੋਂ ਸੀਸ ਮੰਗ ਕਰ ਲਈ। ਹੁਣ ਉਸੇ ਤਰੀਕੇ ਦੇ ਨਾਲ ਜਿਹੜੇ ਪਹਿਲੇ 100 ਸਾਲ ਬਤੀਤ ਹੋਏ, ਉਹਦੇ ਵਿੱਚ ਬੇਸ਼ੱਕ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਸਿਧਾਂਤ ਦਿੱਤਾ। ਬੇਸ਼ੱਕ ਲੰਗਰ ਦੀ ਗੱਲ ਆਈ, ਬੇਸ਼ੱਕ ਸੰਗਤ ਦੀ ਗੱਲ ਆਈ, ਪੰਗਤ ਦੀ ਗੱਲ ਆਈ, ਬੇਸ਼ੱਕ ਉਹਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਮੱਲ ਅਖਾੜਿਆਂ ਦੀ ਗੱਲ ਕੀਤੀ, ਤੇ ਉਹੀ ਮੱਲ ਅਖਾੜੇ ਅੱਗੇ ਜਾ ਕੇ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਜਾ ਕੇ ਸਿਰਜਣਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੇ ਇੱਕ ਤਰ੍ਹਾਂ ਅਜਿਹਾ ਕਾਰਜ ਕੀਤਾ ਜਿਵੇਂ ਕਿ ਇੱਕ ਰੂਹ ਨੂੰ ਚਿੰਗਿਆਰੀ ਦੇ ਦੇਣਾ ਕੀਤੀ, ਅੱਗ ਦਾ ਕੰਮ ਕੀਤਾ। ਸਿੱਖ ਪੰਥ ਦੇ ਅੰਦਰ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 6ਵੇਂ ਜਾਮੇ ਦੇ ਅੰਦਰ ਮੀਰੀ ਪੀਰੀ ਦਾ ਸਿਧਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਦੀ ਗੱਦੀ ਦੇ ਉੱਤੇ ਬੈਠਦਿਆਂ ਹੀ ਉਹ ਚੀਜ਼ ਸੰਭਾਲ ਲਈ। ਬੇਸ਼ੱਕ ਉਸ ਸਮੇਂ ਅਜੇ ਉਹਨਾਂ ਦੀ ਉਮਰ ਕੋਈ 11 ਕੁ ਵਰ੍ਹਿਆਂ ਦੀ ਸੀ। ਬਾਬਾ ਬੁੱਢਾ ਜੀ ਹੋਰੀ ਤਜਰਬੇਕਾਰ ਉਹਨਾਂ ਦੇ ਨਾਲ ਸਨ। ਬਾਬਾ ਬੁੱਢਾ ਜੀ ਨੇ ਹਰੇਕ ਗੱਲ ਹਰੇਕ ਥਾਂ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਹਵਾਲੇ ਦੇ ਨਾਲ ਸਮਝਾਉਂਦੇ ਰਹੇ। ਬੇਸ਼ੱਕ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਲੋੜ ਪਈ, ਬੇਸ਼ੱਕ ਕਿਸੇ ਕਾਰਜ ਦੇ ਉੱਤੇ ਲੋੜ ਪਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਤਿਆਰੀ ਕਰਵਾਈ ਕਿ ਉਹਨਾਂ ਨੇ ਘੋੜਸਵਾਰੀ, ਸ਼ਿਕਾਰਬਾਜੀ, ਕੁਸ਼ਤੀ, ਬਹਾਦਰੀ, ਹੋਰ ਖੇਡਾਂ ਦੀ ਲੜਾਈ, ਹਥਿਆਰ, ਰੱਖਿਅਕ, ਉਹ ਇਤਿਆਦਿਕ ਉਹਨਾਂ ਨੂੰ ਦੇਣਾ ਕੀਤੇ। ਦੇਖੋ, 3 ਜੋ ਦਿਹਾੜੇ ਨੇ ਸਿੱਖ ਧਰਮ ਦੇ ਵਿੱਚ ਆਏ। ਇੱਕ ਦਿਹਾੜਾ ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੀ ਸ਼ਹਾਦਤ ਤੋਂ ਪਹਿਲਾਂ ਦੇ ਕੇ ਗਏ। ਸ਼ਹਾਦਤ ਜਾਣ ਲੱਗਿਆਂ, ਲਾਹੌਰ ਨੂੰ ਜਾਣ ਲੱਗਿਆਂ ਪਹਿਲਾਂ ਹੀ ਗੁਰਗੱਦੀ ਦੀ ਦੇਣਾ ਕੀਤੀ ਕਿ ਅਸਾਂ ਵਾਪਸ ਨਹੀਂ ਆਉਣਾ ਹੈਗਾ, ਤੁਸੀਂ ਇਸ ਚੀਜ਼ ਨੂੰ, ਤੁਸੀਂ ਇਸ ਨੂੰ ਆਪਣੇ ਕੋਲ ਆਪਣੇ ਕਰ ਕਮਲਾਂ ਦੇ ਨਾਲ ਗੁਰਿਆਈ ਦੀ ਬਖਸ਼ਿਸ਼ ਧੰਨ ਬਾਬਾ ਬੁੱਢਾ ਜੀ ਦੇ ਕੋਲੋਂ ਕਰਵਾ ਦੇਣਾ ਕੀਤੀ। ਬਾਅਦ ਦੇ ਵਿੱਚ ਜਦੋਂ ਇਤਿਹਾਸ ਤੇ ਗਵਾਹ ਹੈ ਕਿ ਜਦੋਂ ਪਤਾ ਲੱਗਾ ਕਿ ਜਿਸ ਦਿਨ ਸ਼ਹਾਦਤ ਹੁੰਦੀ ਹੈ ਉਸ ਦਿਨ ਤੋਂ ਸਹਿਜ ਪਾਠ ਦੀ ਆਰੰਭਤਾ ਹੁੰਦੀ ਹੈ। ਸਹਿਜ ਪਾਠ ਦੀ ਭੋਗ 10ਵੇਂ ਦਿਨ ਪੈਂਦਾ ਹੈ। ਉਸ ਦਿਨ ਨਾਲ ਹੀ ਦਸਤਾਰਬੰਦੀ ਹੁੰਦੀ ਹੈ ਤੇ ਨਾਲ ਹੀ ਧੰਨ ਬਾਬਾ ਬੁੱਢਾ ਜੀ 2 ਤਲਵਾਰਾਂ ਮੀਰੀ ਪੀਰੀ ਦੀਆਂ ਪਹਿਨਾ ਦੇਣਾ ਕਰਦੇ ਨੇ। ਉਹ ਕੋਈ ਕਈ ਵਾਰੀ ਭੁੱਲਰ ਜੇ ਇਨਸਾਨ ਆਖ ਦਿੰਦੇ ਨੇ ਕਿ ਗਲਤੀ ਦੇ ਨਾਲ ਪਹਿਨਾ ਦਿੱਤੀਆਂ, ਦੂਜੇ ਬੰਨੇ ਉਹਨਾਂ ਨੇ ਪਹਿਨਾ ਦੇਣਾ ਕੀਤੀ ਤੇ ਬਾਬਾ ਬੁੱਢਾ ਨੇ ਫਿਰ ਦੂਜੇ ਬੰਨੇ ਵੀ ਇੱਕ ਕਿਰਪਾਨ ਹੋਰ ਪਵਾ ਦਿੱਤੀ ਕਿ ਇਹ 2 ਤਰ੍ਹਾਂ ਦੀ। ਲੇਕਿਨ ਗਲਤੀ ਨਹੀਂ ਸੀ, ਬਲਕਿ ਜਿੱਥੇ ਉਹ ਧਾਰਮਿਕ ਪੱਖ ਦੇ ਵਿੱਚ, ਗੁਰਬਾਣੀ ਪੱਖ ਦੇ ਵਿੱਚ, ਧਰਮੀ ਰੂਪ ਦੇ ਵਿੱਚ ਸਨ ਤੇ ਨਾਲ ਉਹਨਾਂ ਨੇ ਸ਼ਕਤੀ ਦੇ ਰੂਪ ਦੇ ਅੰਦਰ ਵੀ ਉਹ ਪ੍ਰਦਰਸ਼ਨ ਕਰਨਾ ਆਰੰਭ ਕੀਤਾ। ਹੁਣ ਦੇਖੋ, ਕੱਲਾ ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀਰ, ਬਲਵਾਨ, ਸੂਰਵੀਰ ਬਣੇ, ਲੇਕਿਨ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹ ਕੇ ਦੇਖਦੇ ਹਾਂ ਨਾ, ਤੇ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਸਨ ਤੇ ਉੱਥੇ ਇੱਕ ਜੋ ਪਰਤ ਚਲੀ ਆ ਰਹੀ ਸੀ, ਜੋ ਪ੍ਰਥਾ ਚਲੀ ਆ ਰਹੀ ਸੀ ਕਿ ਜਿਹੜਾ ਵੀ ਜਵਾਈ ਆਉਂਦਾ ਸੀ, ਭਾਵ ਕਿ ਵਿਆਹੁਣ ਵਾਸਤੇ ਲੜਕਾ ਜਾਂਦਾ ਸੀ, ਤੇ ਉਹ ਨੇਜੇ ਦੇ ਨਾਲ ਕਿੱਲਾ ਪੁੱਟਿਆ ਕਰਦੇ ਸਨ। ਤੇ ਉਹਨਾਂ ਨੇ ਜੰਡ ਦਾ ਬੂਟਾ ਜੋ ਕਿ ਘੜ ਕੇ ਉੱਤੋਂ ਕੱਟ ਕੇ, ਜੰਡ ਦਾ ਬੂਟਾ ਥੱਲੇ ਜੜ੍ਹਾਂ ਵਿੱਚ ਸਨ, ਲੇਕਿਨ ਉੱਤੋਂ ਛਿੱਲ ਕੇ ਇੱਕ ਕਿੱਲੇ ਦਾ ਰੂਪ ਦੇ ਦਿੱਤਾ। ਕਿ ਦੇਖਦੇ ਹਾਂ ਕਿ ਇੱਕ ਬੰਦੇ ਆਖਦੇ ਗੁਰੂ ਅਰਜਨ ਦੇਵ ਜੀ ਬੜੇ ਅੰਤਰਜਾਮੀ ਆ, ਬੜੇ ਬਹਾਦਰ ਨੇ, ਕਿ ਵਾਕਈ ਉਹਨਾਂ ਦੀ ਕੋਈ ਬਹਾਦਰੀ ਹੈਗੀ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਨੇਜੇ ਦੇ ਨਾਲ, ਜੋ ਕਿ ਇੰਨੀ ਜ਼ੋਰ ਦੇ ਨਾਲ, ਬਲ ਦੇ ਨਾਲ ਉਹ ਕਿੱਲੇ ਨੂੰ ਮਾਰਿਆ ਕਿ ਜੜ੍ਹਾਂ ਸਮੇਤ ਉਹ ਬੂਟਾ ਪੁੱਟ ਦੇਣਾ ਕੀਤਾ। ਕਹਿਣ ਤੋਂ ਭਾਵ, ਮੇਰਾ ਉਦਾਹਰਨ ਦੇਣ ਤੋਂ ਭਾਵ ਕਿ ਉਹ ਵੀ ਬਹੁਤ ਸੂਰਬੀਰ, ਤੰਦਰੁਸਤ, ਬਲਵਾਨ ਧੰਨ ਗੁਰੂ ਅਰਜਨ ਦੇਵ ਜੀ ਸਨ। ਸਰੀਰਕ ਪੱਖ ਤੋਂ ਵੀ ਬੜੇ ਮਜ਼ਬੂਤ ਸਨ। ਜਿੱਥੇ ਉਹ ਅਧਿਆਤਮਕ ਪੱਖ ਦੇ ਉੱਤੋਂ ਮਜ਼ਬੂਤ ਸਨ, ਉੱਥੇ ਸਰੀਰਕ ਪੱਖ ਤੋਂ ਵੀ ਮਜ਼ਬੂਤ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਬਾਅਦ ਦੇ ਵਿੱਚ ਤੀਸਰਾ ਜਿਹੜਾ ਸਮਾਂ ਆਉਂਦਾ ਆ, ਅਕਾਲ ਬੁੰਗਾ, ਜਿਹੜੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪ੍ਰਾਰੰਭਤਾ ਕੀਤੀ ਸਿਮਾਲਾ ਅਖਾੜਿਆਂ ਦੀ, ਉਹ ਫਿਰ ਅਕਾਲ ਬੁੰਗੇ ਦੇ ਉੱਤੇ ਜਦੋਂ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ। ਹੁਣ ਤਖਤ ਦਾ ਮਤਲਬ ਇਹ ਸੀ, ਉਸ ਸਮੇਂ ਮੁਗਲ ਹੁਕਮਰਾਨਾਂ ਦੇ 5 ਤਖਤ ਸਨ। ਪਹਿਲਾ ਇਸਲਾਮਾਬਾਦ, ਲਾਹੌਰ, ਸਰਹੰਦ, ਦਿੱਲੀ ਤੇ ਆਗਰਾ, ਇਹ 5 ਤਖਤ ਸਨ। ਉਸ ਸਮੇਂ ਇਹ ਸੀ ਕਿ ਕੋਈ ਹਿੰਦੂ ਜਾਂ ਦੂਸਰੇ ਧਰਮ ਵਾਲਾ ਨਾ ਤੇ ਕੋਈ ਘੋੜੇ ਦੇ ਉੱਤੇ ਚੜ੍ਹ ਸਕਦਾ ਸੀ, ਨਾ ਕੋਈ ਨਗਾਰਾ ਵਜਾ ਸਕਦਾ ਸੀ, ਨਾ ਕੋਈ ਕਿਸੇ ਵੀ ਤਰੀਕੇ ਨਾਲ ਪਗੜੀ ਤੱਕ ਨਹੀਂ ਬੰਨ ਸਕਦਾ ਸੀ। ਲੇਕਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 1609 ਈਸਵੀ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕਰ ਦਿੱਤਾ। ਉਹਨਾਂ ਨੇ ਪਹਿਲੇ ਨੰਬਰ ਤੇ ਹੀ ਸਿੱਖਾਂ ਦੇ ਨਾਂ ਤੇ ਇੱਕ ਸੰਦੇਸ਼ ਜਾਰੀ ਕੀਤਾ। ਉਸ ਸੰਦੇਸ਼ ਦੇ ਵਿੱਚ ਸੀ ਕਿ ਸਾਨੂੰ ਵਧੀਆ ਤੋਂ ਵਧੀਆ ਘੋੜੇ, ਵਧੀਆ ਤੋਂ ਵਧੀਆ ਜਵਾਨੀਆਂ, ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਸਾਡੇ ਕੋਲ ਆਓ ਤੇ ਸਾਡੀ ਖੁਸ਼ੀ ਪ੍ਰਾਪਤ ਕਰੋ। ਜਦੋਂ ਇਹ ਗੱਲ ਆਖੀ ਤੇ ਸਿੱਖ ਸੰਗਤਾਂ, ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਦੇ ਉੱਤੇ ਆਉਣੇ ਸ਼ੁਰੂ ਹੋ ਗਏ। ਜਦੋਂ ਗੁਰੂ ਦੇ ਦਰ ਦੇ ਉੱਤੇ ਆਉਣੇ ਸ਼ੁਰੂ ਹੋਏ ਤੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਲਗੀਆਂ ਵਾਲੇ 6ਵੇਂ ਪਾਤਸ਼ਾਹ ਨੇ ਇਹ ਗੱਲ ਵੀ ਆਖ ਦੇਣਾ ਕੀਤੀ ਕਿ ਜਬ ਹਮਰੇ ਦਰਸ਼ਨ ਕੋ ਆਓ, ਬਨ ਸੁਚੇਤ व शस्त्र सजाओ।
ਕਿ ਮੇਰੇ ਕੋਲ ਆਉਣਾ ਤੇ ਸ਼ਸਤਰਧਾਰੀ ਹੋ ਕੇ ਆਓ। ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਾ ਤੇ ਸਾਰਿਆਂ ਨੂੰ ਹਾਹਾਕਾਰ ਮਚ ਗਈ ਕਿ ਇਹ ਹੋਇਆ ਕੀ, ਕਿਉਂਕਿ ਉਹ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਾਉਣ ਦੀ ਜਿਹੜੀ ਚੰਗਿਆੜੀ ਸੀ ਉਹ ਇੰਨੀ ਕੁ ਭਖੀ ਕਿ ਇਹਨਾਂ ਨੂੰ ਦਿੱਲੀ ਦੀ ਹਕੂਮਤ ਨੂੰ ਅੱਗ ਬਬੂਲਾ ਕਰ ਦੇਣਾ ਕੀਤਾ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਣਾ ਕੀਤਾ, ਮੁਗਲ ਹੁਕਮਰਾਨ ਦੇ ਕੋਲ ਅੱਜ ਵੀ ਜੇਕਰ ਕੋਈ ਅਕਾਲ ਤਖਤ ਤੇ ਕੋਈ ਗੱਲ ਹੁੰਦੀ ਹੈ, ਦਰਬਾਰ ਸਾਹਿਬ ਗੱਲ ਹੁੰਦੀ ਹੈ, ਤੇ ਉਸੇ ਵੇਲੇ ਦਿੱਲੀ ਦੀ ਕੇਂਦਰ ਸਰਕਾਰ ਕੋਲ ਉਸੇ ਵੇਲੇ ਸਾਡੀਆਂ ਨਿੱਕੀ ਨਿੱਕੀ ਰਿਪੋਰਟ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਕਿ ਸਿੱਖ ਇਸ ਤਰ੍ਹਾਂ ਕਰ ਰਹੇ ਨੇ, ਸਿੱਖ ਇਸ ਤਰ੍ਹਾਂ ਕਰ ਰਹੇ ਨੇ। ਉਸ ਸਮੇਂ ਵੀ ਹਾਲਾਤ ਕੁਝ ਐਸੇ ਬਣੇ ਕਿ ਇਹਨਾਂ ਹਾਲਾਤਾਂ ਦੇ ਦੌਰਾਨ ਇਹਨਾਂ ਨੇ ਨਿੱਕੀ ਨਿੱਕੀ ਗੱਲ ਦਿੱਲੀ ਦੇ ਬਾਦਸ਼ਾਹ ਦੇ ਕੋਲ, ਜੋ ਕਿ ਜਹਾਂਗੀਰ ਦੇ ਕੋਲ ਪਹੁੰਚਾਉਣਾ ਕੀਤੀ। ਜਦੋਂ ਗੱਲ ਪਹੁੰਚਣਾ ਕੀਤੀ, ਫਿਰ ਇਹਨਾਂ ਨੇ ਚਾਹੇ ਉਹ ਵਲ ਫਰੇਬ ਦੇ ਨਾਲ, ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰੇਮ ਭਾਵਨਾ ਦੇ ਕਰਕੇ ਇਹਨਾਂ ਨੂੰ ਹੌਲੀ ਨਾ ਇਤਿਹਾਸਕਾਰ, ਉਹ ਲੰਬੀ ਗਾਥਾ ਆ, ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ। ਹੁਣ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਕਈ ਵੱਖ-ਵੱਖ ਵਿਦਵਾਨ ਵੱਖ-ਵੱਖ ਰੂਪਾਂ 'ਚ ਲਿਖਦੇ ਨੇ, ਲੇਕਿਨ ਕੁਝ ਜਦੋਂ ਸਮਾਂ 1.5 ਕੁ ਸਾਲ ਇਤਿਹਾਸਕਾਰ ਜੋ ਮੰਨਦੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਥੇ ਰਹਿਣਾ ਕੀਤੇ। ਜਦੋਂ ਗੁਰਦੇਵ ਪਾਤਸ਼ਾਹ ਉੱਥੇ ਰਹਿਣਾ ਕੀਤੇ, ਜਦੋਂ ਸਿੱਖਾਂ ਦਾ ਪ੍ਰਭਾਵ ਇਧਰ ਵੱਧ ਗਿਆ, ਸਿੱਖਾਂ ਦਾ ਵਿਦਰੋਹ, ਮੁਗਲ ਹਕੂਮਤ ਦੇ ਉੱਤੇ ਜ਼ਿਆਦਾ ਪ੍ਰਭਾਵ ਪਿਆ। ਜਿਵੇਂ ਹੁਣ ਦੇ ਸਮੇਂ ਜਿਵੇਂ ਸਿੱਖਾਂ ਦਾ, ਹੋਰ ਸੰਗਤਾਂ ਦਾ, ਹੋਰ ਦੂਜੇ ਰਾਜਾਂ ਦਾ, ਕਿਸਾਨਾਂ ਦਾ ਜਿਹੜਾ ਵਿਦਰੋਹ ਸੀ, ਹਕੂਮਤ ਦੇ ਉੱਤੇ ਪ੍ਰਭਾਵ ਪਾਇਆ ਤੇ ਇਹਨਾਂ ਨੂੰ ਉਹਨਾਂ ਅੱਗੇ ਝੁਕਣਾ ਪਿਆ। ਬਸ ਉਸੇ ਤਰੀਕੇ ਦੇ ਨਾਲ ਕੁਝ ਨੂਰਜਹਾਂ ਨੇ ਬਾਦਸ਼ਾਹ ਦੇ ਉੱਤੇ ਆਪਣਾ ਪ੍ਰਭਾਵ ਪਾਇਆ, ਉਹਨਾਂ ਨੇ ਦਲੀਲਾਂ ਦਿੱਤੀਆਂ। ਕੁਝ ਸਾਈਂ ਮੀਆਂ ਮੀਰ ਨੇ ਆਖਣਾ ਕੀਤਾ, ਕੁਝ ਸਿੱਖ ਸੰਗਤਾਂ ਨੇ ਪ੍ਰਭਾਵ ਪਾਇਆ। ਆਪਣੇ ਸਿੱਖ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਵਿਦਰੋਹ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਆਖਿਰਕਾਰ ਬਾਦਸ਼ਾਹ ਨੂੰ ਛੱਡਣਾ ਪਿਆ। ਬਾਦਸ਼ਾਹ ਨੇ ਜਦੋਂ 6ਵੇਂ ਪਾਤਸ਼ਾਹ ਨੂੰ ਛੱਡਿਆ ਤੇ ਫਿਰ 6ਵੇਂ ਪਾਤਸ਼ਾਹ ਨੇ ਵੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਕਿ ਜਿਹੜੇ ਰਾਜੇ ਇਹ ਰਿਹਾ ਕੀਤੇ ਜਾਣ। ਫਿਰ ਉਹ 52 ਰਾਜਿਆਂ ਨੂੰ ਰਿਹਾ ਕਰਵਾਇਆ, ਜਿਵੇਂ 52 ਕਲੀਆਂ ਵਾਲੇ ਚੋਲਾ ਸਵਾ ਕੇ ਜੋ ਕਿ ਉਹਨਾਂ ਨੂੰ ਉਸ ਧਰਤੀ ਦੇ ਉੱਤੋਂ ਬਖਸ਼ਾਉਣਾ ਕੀਤਾ, ਜਿਸ ਨੂੰ ਅਸੀਂ ਦੀਵਾਲੀ ਦੇ ਰੂਪ ਦੇ ਅੰਦਰ ਮਨਾਇਆ ਕਰਦੇ ਹਾਂ, ਜਿਸ ਨੂੰ ਅਸੀਂ ਉਹਨਾਂ ਨੂੰ ਬੰਦੀ ਛੋੜ ਦੇ ਰੂਪ ਦੇ ਅੰਦਰ ਦਿਹਾੜਾ ਮਨਾਇਆ ਜਾਂਦਾ ਹੈ। ਧੰਨ ਗੁਰੂ ਇਸ ਸਮੇਂ ਤੋਂ ਬਾਅਦ ਜਿਹੜਾ ਅਗਲਾ ਸਮਾਂ ਹੈ, ਗੁਰੂ ਹਰਿਰਾਏ ਜੀ ਨੂੰ ਉਹ ਵੀ ਆਪਣੇ ਕੋਲ 2200 ਘੋੜਸਵਾਰ ਰੱਖਿਆ ਕਰਦੇ ਸਨ। ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਸਮਾਂ ਇਸ ਤਰ੍ਹਾਂ ਗੁਜ਼ਰਦਾ ਗਿਆ। ਸਮਾਂ ਧੰਨ ਗੁਰੂ ਤੇਗ ਬਹਾਦਰ ਜੀ ਦਾ ਮੁੜ ਕੇ ਆਇਆ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੇ ਇੱਕ ਵਾਰੀ ਫਿਰ ਜਿਹੜਾ ਅਸੀਂ ਦਿਹਾੜਾ ਮਨਾ ਕੇ ਹਟੇ ਹਾਂ, ਇੱਕ ਵਾਰੀ ਫਿਰ ਸਿੱਖ ਗਲਬੇ ਦੇ ਅੰਦਰ ਸਿੱਖਾਂ ਨੂੰ ਝੰਜੋੜ ਕੇ ਰੱਖਿਆ। ਬੇਸ਼ੱਕ ਸਿੱਖਾਂ ਦੇ ਦਰ ਦੇ ਉੱਤੇ ਪੰਡਤ ਕਿਰਪਾ ਰਾਮ, ਪੰਡਤ ਬ੍ਰਹਮ ਦੱਤ ਦਾ ਪੜਪੋਤਰਾ ਹਿੰਦੂ ਪੰਡਤਾਂ ਨੂੰ ਲੈ ਕੇ ਆਇਆ ਕਿ ਸਾਡੀ ਪੁਕਾਰ ਹੋਰ ਕਿਸੇ ਨੇ ਸੁਣਨੀ ਨਹੀਂ, ਬਲਕਿ ਗੁਰੂ ਨਾਨਕ ਦੇਵ ਜੀ ਦੀ ਇੱਕੋ ਇੱਕ ਗੱਦੀ ਦਾ ਵਾਰਿਸ ਧੰਨ ਗੁਰੂ ਤੇਗ ਬਹਾਦਰ ਜੀ ਨੇ, ਜਿਹੜੇ ਸਾਡੀ ਇਸ ਗੱਲ ਨੂੰ, ਇਸ ਅਪੀਲ ਨੂੰ, ਇਸ ਦਲੀਲ ਨੂੰ ਸੁਣ ਸਕਦੇ ਨੇ ਤੇ ਉਹ ਸਾਨੂੰ ਬਚਾ ਉਹੀ ਸਕਦੇ ਨੇ। ਜਦੋਂ ਇਹ ਪੰਡਤਾਂ ਦਾ ਟੋਲਾ ਸਤਿਗੁਰਾਂ ਦੇ ਦਰ ਦੇ ਉੱਤੇ ਆਇਆ, ਸਤਿਗੁਰਾਂ ਨੇ ਫਰਿਆਦ ਸੁਣੀ, ਸਤਿਗੁਰਾਂ ਨੇ ਹਾਮੀ ਭਰੀ ਕਿ ਤੁਸੀਂ ਜਾਓ, ਕਸ਼ਮੀਰ ਦੇ ਪੰਡਤਾਂ ਨੂੰ ਆਖਿਆ ਜਾਓ, ਜੋ ਕਿ ਔਰੰਗਜ਼ੇਬ ਦੇ ਦਰ ਦੇ ਉੱਤੇ ਇਹ ਆਖੋ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਮੁਸਲਮਾਨ ਬਣ ਜਾਂਦੇ ਨੇ ਤੇ ਅਸੀਂ ਵੀ ਮੁਸਲਮਾਨ ਬਣਨ ਨੂੰ ਤਿਆਰ ਹਾਂ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਇਹ ਗੱਲ ਮੰਨ ਕੇ ਚੱਲੇ ਕਿ ਸ਼ਹਾਦਤ ਦੇਣ ਵਾਸਤੇ, ਸਿੱਖ ਧਰਮ ਨੂੰ, ਜੋ ਕਿ ਦੂਸਰੇ ਧਰਮਾਂ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦੇ ਦੇਣਾ ਕੀਤੀ। ਅੱਜ ਬੇਸ਼ੱਕ ਅੱਜ ਦੇ ਇਤਿਹਾਸ ਦੇ ਵਿੱਚ, ਅੱਜ ਦੀਆਂ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪੜ੍ਹਾਈਆਂ ਜਾ ਰਹੀਆਂ, ਉਹਨਾਂ ਨੂੰ ਦੱਸਿਆ ਵੀ ਨਹੀਂ ਜਾ ਰਹੀਆਂ। ਅੱਜ ਜੋ ਕਿ ਸਰਕਾਰਾਂ ਇਹ ਮੰਨਣ ਤੋਂ ਵੀ ਇਨਕਾਰੀ ਹੋ ਰਹੀਆਂ ਨੇ ਕਿ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਵਾਸਤੇ ਆਪਣੀ ਕੁਰਬਾਨੀ ਕੀਤੀ ਹੈਗੀ ਹੈ। ਲੇਕਿਨ ਜੋ ਸੱਚ ਹੈ, ਜੋ ਇਤਿਹਾਸ ਹੈ, ਉਸ ਨੂੰ ਕੋਈ ਝੁਠਲਾਇਆ ਨਹੀਂ ਜਾ ਸਕਦਾ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਕੁਝ ਕੁ ਸਮਾਂ 75 ਤੋਂ ਲੈ ਕੇ ਜੋ ਕਿ 85 ਤੱਕ, 87 ਤੱਕ, 1675 ਤੋਂ ਲੈ ਕੇ 1687 ਤੱਕ ਅਜੇ ਗੁਰਦੇਵ ਪਾਤਸ਼ਾਹ ਨੇ ਸਮਾਂ ਗੁਜ਼ਾਰਿਆ ਸੀ ਕਿ ਪਹਾੜੀ ਰਾਜੇ ਜਿਵੇਂ 6ਵੇਂ ਪਾਤਸ਼ਾਹ ਨੇ ਉਹਨਾਂ ਦੇ ਦਾਦੇ ਪੜਦਾਦੇ ਛਡਾਏ ਸਨ ਤੇ ਉਹ
ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਫਿਰ ਜੰਗ ਕਰਨ ਨੂੰ ਤਿਆਰ ਹੋ ਗਏ। 87 ਵਿੱਚ 1687 ਵਿੱਚ ਪਹਿਲਾ ਜੰਗ ਹੁੰਦਾ ਹੈ ਪਟਨਾ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ। ਕੁਝ ਸਮਾਂ ਬਤੀਤ ਹੁੰਦਾ, ਗੁਰਦੇਵ ਪਾਤਸ਼ਾਹ ਨੂੰ ਜਦੋਂ ਪਤਾ ਲੱਗ ਗਿਆ ਕਿ ਇਹ ਇਸ ਤਰ੍ਹਾਂ ਪਿਆਰ ਦੇ ਨਾਲ ਨਹੀਂ ਗੱਲ ਬਣਨ ਵਾਲੀ, ਗੁਰਦੇਵ ਪਾਤਸ਼ਾਹ ਨੇ ਸਿੱਖਾਂ ਨੂੰ ਲਾਮਬੰਦ ਕੀਤਾ। ਲਾਮਬੰਦ ਕਰਨ ਵਾਸਤੇ ਇੱਕ ਜਾਨੀ ਕਿ ਇੱਕ ਪ੍ਰੋਪਰ ਹਰੇਕ ਕੰਮ ਕਾਰਜ ਤਿਆਰ ਕਰਨਾ ਸੀ, ਤੇ ਫਿਰ ਗੁਰਦੇਵ ਪਾਤਸ਼ਾਹ ਨੇ 30 ਮਾਰਚ 1699 ਨੂੰ 33 ਸਾਲ ਦੀ ਉਮਰ ਦੇ ਵਿੱਚ ਖੰਡੇ ਬੱਟ ਦੀ ਅੰਮ੍ਰਿਤ ਦੀ ਦਾਤ ਦੇ ਕਰਕੇ ਇੱਕ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਕੀਤੀ ਸੀ। ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਤੋਂ ਇੱਕ ਪ੍ਰੋਪਰ ਖਾਲਸਾ ਪੰਥ ਦੇ ਰੂਪ ਦੇ ਅੰਦਰ, ਜਾਂ ਇਵੇਂ ਕਹਿ ਲਈਏ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਰਸਰੀ ਤੋਂ ਸਿੱਖੀਜ਼ਮ ਦੀ ਸ਼ੁਰੂਆਤ ਕੀਤੀ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਯੂਨੀਵਰਸਿਟੀ ਦੇ ਵਿੱਚ ਆਣ ਕੇ ਸਿੱਖ ਨੂੰ ਪ੍ਰੋਪਰ ਇੱਕ ਟੀਚਰ ਬਣਾ ਦੇਣਾ ਕੀਤਾ, ਪ੍ਰੋਪਰ ਇੱਕ ਐਸੇ ਤਰੀਕੇ ਨਾਲ ਬਣਾ ਦਿੱਤਾ ਕਿ ਇਹ ਕਿਸੇ ਵੀ ਤਰੀਕੇ ਨਾਲ ਡੋਲੇ ਨਾ, ਕਿਸੇ ਵੀ ਤਰੀਕੇ ਨਾਲ ਪਿਛਾ ਨਾ ਹਟੇ। ਇੱਕ ਹਰੇਕ ਧਰਮ ਦੇ ਵਿੱਚ ਜਿਵੇਂ ਹਰੇਕ ਪੱਖ ਦੇ ਵਿੱਚੋਂ ਸਿੱਖ ਨੂੰ ਮਜ਼ਬੂਤ ਕੀਤਾ, ਚਾਹੇ ਉਹ ਧਾਰਮਿਕ ਪੱਖ ਤੋਂ ਹੋਏ, ਚਾਹੇ ਸਮਾਜਿਕ ਪੱਖ ਤੋਂ ਹੋਏ, ਚਾਹੇ ਰਾਜਨੀਤਿਕ। ਦੇਖੋ ਅਸੀਂ ਅੱਜ ਜੇਕਰ ਕਲਗੀਆਂ ਵਾਲੇ ਪਾਤਸ਼ਾਹ ਜਾਂ 10 ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਦੇ ਸਦਕਾ ਹੀ ਅੱਜ ਸਮਰੱਥ ਹਾਂ ਸਾਰੇ। ਕਿਉਂਕਿ ਉਹਨਾਂ ਨੇ ਸਾਨੂੰ ਸਿੱਖਾਂ ਨੂੰ, ਬੇਸ਼ੱਕ ਉਹਨਾਂ ਨੇ ਕਿਰਤ ਕਰਨ ਦੀ ਦਾਤ ਦਿੱਤੀ, ਵੰਡ ਕੇ ਛਕਣ ਦੀ ਦਾਤ ਦਿੱਤੀ, ਨਾਮ ਜਪਣ ਦੀ ਦਾਤ ਦਿੱਤੀ, ਧਾਰਮਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਸਮਾਜਿਕ ਪੱਖ ਤੋਂ, ਸਾਰਿਆਂ ਪੱਖਾਂ ਤੋਂ ਮਜ਼ਬੂਤ ਕੀਤਾ। ਉਹ ਚਾਹੇ ਗੁਰਬਾਣੀ ਦੇ ਰੂਪ ਦੇ ਵਿੱਚ ਹੋਵੇ, ਗੁਰਬਾਣੀ ਵਿੱਚ ਸਾਰੀ ਸਿੱਤ ਦੇ ਰਹੇ ਨੇ, ਸਾਨੂੰ ਹਰ ਪੱਖ ਦੇ ਉੱਤੋਂ ਮਜ਼ਬੂਤੀ ਦੇ ਰੂਪ ਪ੍ਰਦਾਨ ਕਰ ਰਹੇ ਨੇ, ਤੇ ਜਿਹਦੇ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਖਾਲਸਾ ਪੰਥ ਦੀ ਜਦੋਂ ਸ਼ੁਰੂਆਤ ਹੋਈ, ਸੱਚੇ ਪਾਤਸ਼ਾਹ ਦੇ ਨਾਲ 14 ਜੰਗਾਂ ਲੜੀਆਂ ਗਈਆਂ। ਉਸ ਜੰਗਾਂ ਦੇ ਦੌਰਾਨ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਪਣਾ ਬੇਸ਼ੱਕ ਪੂਰਾ ਸਰਬੰਸ ਵੀ ਵਾਰਨਾ ਪਿਆ। ਉਸ ਦੇ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਵਿਚਰਨ ਨੂੰ ਆ ਕੇ ਸ਼ਹੀਦ ਕਰਵਾਉਣਾ ਪਿਆ, ਵੱਡੇ ਸਾਹਿਬਜ਼ਾਦਿਆਂ ਨੂੰ ਜੋ ਕਿ ਜੰਗ ਦੇ ਮੈਦਾਨ ਦੇ ਅੰਦਰ ਸ਼ਹੀਦ ਕਰਵਾਉਣਾ ਪਿਆ। ਸਿੱਖ ਜਾਨ ਤੋਂ ਪਿਆਰੇ ਸਿੱਖ ਵੀ ਸ਼ਹੀਦ ਹੋ ਗਏ, ਮਾਤਾ ਜੀ ਵੀ ਸ਼ਹੀਦ ਹੋ ਗਏ। ਸਾਰਿਆਂ ਨੂੰ ਜਦੋਂ ਸ਼ਹੀਦ ਕਰਵਾਉਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਸਾਬੂ ਤਲਵੰਡੀ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਪਹੁੰਚਦੇ ਨੇ ਨਾਂਦੇੜ ਦੀ ਧਰਤੀ ਦੇ ਉੱਤੇ ਜਾ ਕੇ, ਜਾਂ ਇਵੇਂ ਕਹਿ ਲਈਏ 1707 ਤੋਂ ਲੈ ਕੇ 1708 ਤੱਕ ਗੁਰਦੇਵ ਪਾਤਸ਼ਾਹ 6 ਤੋਂ 8 ਤੱਕ ਗੁਰਦੇਵ ਪਾਤਸ਼ਾਹ ਉੱਥੇ ਰਹਿਣਾ ਕੀਤੇ। 8 ਦੇ ਵਿੱਚ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਮਬੰਦ ਕਰਕੇ 5 ਗੁਰਸਿੱਖਾਂ ਨੂੰ ਨਾਲ ਦੇ ਕੇ ਉਹਨਾਂ ਨੂੰ ਸਾਰੀ ਗੱਲ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੀ ਵਾਰਤਾ ਸੁਣੀ ਸਿੱਖ ਇਤਿਹਾਸ ਦੇ ਨਾਲ, ਕਿਵੇਂ ਕਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਮੁਗਲ ਬਾਦਸ਼ਾਹਾਂ ਨੇ ਕਸ਼ਟ ਦੇਣਾ ਕੀਤੇ, ਸਰਬੰਸ ਕਿਵੇਂ ਵਾਲਣਾ ਕੀਤਾ, ਜਦੋਂ ਇਹ ਭਾਵਨਾ, ਇਹ ਸਾਰੇ ਤੱਥ ਉਹਨੇ ਦੇਖੇ ਤੇ ਉਸਦੇ ਮਨ ਦੇ ਅੰਦਰ ਪੁਰਾਣੇ ਸੂਰਮਿਆਂ ਵਾਲੀ ਜੋਸ਼ ਜਾਗਿਆ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਇੱਕ ਨਗਾਰਾ, ਇੱਕ ਨਿਸ਼ਾਨ, ਇੱਕ ਤੀਰਾਂ ਦਾ ਪੱਥਾ ਜਿਹਦੇ ਵਿੱਚ 5 ਤੀਰ ਸਨ ਤੇ 5 ਪਿਆਰੇ, ਜੋ ਕਿ ਵਿਨੋਦ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਰਣ ਸਿੰਘ ਜੀ। ਭਾਈ ਰਣ ਸਿੰਘ ਦੀ ਥਾਂ ਤੇ ਕਿਤੇ ਕਿਤੇ ਭਾਈ ਵਿਜੇ ਸਿੰਘ ਦਾ ਨਾਮ ਹੀ ਆਉਂਦਾ ਆ, ਕਈ ਥਾਂ ਤੇ ਰਾਮ ਸਿੰਘ ਜੀ ਵੀ ਲਿਖੇ ਨੇ। ਇਹਨਾਂ ਦੇ ਨਾਲ ਕੋਈ 20 ਕੁ ਸਿੰਘ ਸਹਾਇਤਾ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਨਾਲ ਦੇ ਕੇ ਤੇ ਪੰਜਾਬ ਦੀ ਧਰਤੀ ਵੱਲ ਨੂੰ ਤੋਰ ਦਿੱਤਾ। 5 ਗੁਰਸਿੱਖਾਂ ਨੂੰ ਨਾਲ ਲੈ ਕਰਕੇ 25-26 ਜਾਣੇ ਇਹ ਪੰਜਾਬ ਦੀ ਧਰਤੀ ਵੱਲ ਨੂੰ ਜਦੋਂ ਤੁਰੇ, ਤੇ ਤੁਰਦਿਆਂ ਗੁਰਦੇਵ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸੋਨੀਪਤ, ਕੈਂਥਲ ਇਤਿਆਦਿਕ ਥਾਣੀ ਹੁੰਦੀਆਂ ਹੋਈਆਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੇ ਜਲਾਲੂਦੀਨ ਦੇ ਪਿੰਡ ਸਮਾਣੇ ਦੇ ਉੱਤੇ ਵੀ ਹਮਲਾ ਕਰਕੇ ਬਰਬਾਦ ਕੀਤਾ। ਸਡੋਰੇ ਨੂੰ ਉਜਾੜਿਆ। ਉਸਮਾਨ ਖਾਨ ਨੂੰ, ਜਿਹਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ ਸੀ, ਉਸਮਾਨ ਖਾਨ ਨੇ ਉਹਨੂੰ ਵੀ ਮਾਰਿਆ। ਫਿਰ ਸਰਹੱਦੀ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ, ਜੋ ਕਿ ਸਰਹੰਦ ਦੇ ਵਜ਼ੀਰ ਨਵਾਬ ਵਜ਼ੀਰ ਖਾਨ ਨੂੰ, ਉੱਥੇ ਨਵਾਬ ਵਜ਼ੀਰ ਖਾਨ ਨੂੰ ਮਾਰ ਕੇ ਤੇ ਸ਼ਹਿਰ ਨੂੰ ਜਾਨੀ ਕਿ ਇੱਟ ਨਾ ਇੱਟ ਖੜਕਾ ਦੇਣਾ ਕੀਤੀ। ਉੱਥੇ ਦਾ ਜੋ ਸੂਬੇਦਾਰ ਬਾਜ ਸਿੰਘ ਸਰਹੰਦ ਦਾ ਸੂਬੇਦਾਰ ਬਣਾ ਕਰਕੇ
ਅੱਗੇ ਨੂੰ ਹੋ ਤੁਰੇ। ਉਹਦੇ ਲੋਹਗੜ੍ਹ ਹਿਮਾਚਲ ਦੇ ਵਿੱਚ ਮੁਖਲਿਸਗੜ੍ਹ ਲੋਹਗੜ੍ਹ ਦਾ ਨਾਂ ਦੇ ਕੇ ਰਾਜਧਾਨੀ ਵੀ ਬਣਾ ਦੇਣਾ ਕੀਤੀ। ਬਾਬਾ ਬੰਦਾ ਬਹਾਦਰ ਜੀ ਨੇ ਇੱਥੇ ਜ਼ਿਮੀਂਦਾਰੀ ਪ੍ਰਥਾ ਕੀਤੀ। ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਅੰਦਰ ਇੱਕ ਪ੍ਰਥਾ ਚੱਲਦੀ ਸੀ, ਜ਼ਗੀਰਦਾਰੀ ਪ੍ਰਥਾ। ਜ਼ਗੀਰਦਾਰੀ ਪ੍ਰਥਾ ਸੀ ਜਿਹਦੇ ਵਿੱਚ ਕੀ ਇੱਕ ਜ਼ਗੀਰਦਾਰ ਪਿੰਡ ਦਾ ਹੋਇਆ ਕਰਦਾ ਸੀ, ਔਰ ਜਿੰਨੇ ਵੀ ਪਿੰਡ ਦੇ ਲੋਕ ਸਨ ਉਹਦੇ ਕੋਲ ਕੰਮ ਕਰਿਆ ਕਰਦੇ ਸਨ। ਜਿਹੜੇ ਅੱਜ ਜੱਟ ਅਸੀਂ ਕਾਸਟ ਦੀ ਗੱਲ ਕਰਦੇ ਹਾਂ, ਪਹਿਲਾਂ ਇਹ ਵੀ ਇੱਕ ਐਸੀ ਸ਼ਡਿਊਲ ਕਾਸਟਾਂ ਦੇ ਵਿੱਚ ਹੀ ਆਇਆ ਕਰਦੇ ਸਨ। ਬਾਅਦ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਜ਼ਗੀਰਦਾਰੀ ਪ੍ਰਥਾ ਤੋੜ ਕਰਕੇ ਜ਼ਿਮੀਂਦਾਰੀ ਪ੍ਰਥਾ ਸ਼ੁਰੂਆਤ ਕੀਤੀ। ਇਹਦੇ ਵਿੱਚ ਜ਼ਿਮੀਂਦਾਰਾਂ ਨੂੰ ਸਿੱਧੇ ਤੌਰ ਦੇ ਉੱਤੇ ਜ਼ਮੀਨਾਂ ਵਾਹੁਣ ਨੂੰ ਔਰ ਜ਼ਮੀਨਾਂ ਦੇ ਉੱਤੇ ਆਪਣਾ ਖਾਣ ਪਾਣ ਵਾਸਤੇ ਬਣਾਉਣ, ਆਪਣਾ ਰੋਟੀ ਪਾਣੀ ਬਣਾਉਣ ਔਰ ਆਪਣੇ ਕਮਾਉਣ ਦਾ ਸਾਧਨ ਦੇਣਾ ਕੀਤਾ। ਬਾਅਦ ਦੇ ਵਿੱਚ ਸਮਾਂ ਗੁਜ਼ਰਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਇੱਧਰ ਬਟਾਲੇ ਦੀ ਧਰਤੀ ਵੱਲ ਨੂੰ, ਜੰਮੂ ਦੀ ਧਰਤੀ ਵੱਲ ਨੂੰ, ਆਖਿਰਕਾਰ ਗੁਰਦਾਸ ਨੰਗਲ ਦੀ ਗਲੀ ਦੇ ਵਿੱਚ ਆਣ ਕੇ ਗੁਰਦਾਸਪੁਰ ਤੋਂ ਕੋਈ 6 ਮੀਲ ਦੀ ਦੂਰੀ ਦੇ ਉੱਤੇ ਇਹ ਗੁਰਦਾਸ ਨੰਗਲ ਦੀ ਗੜੀ ਹੈ, ਇੱਥੋਂ ਫੜੇ ਗਏ। ਬਾਅਦ ਚ ਇਹਨਾਂ ਨੂੰ ਇੱਥੋਂ ਕੈਦ ਕਰਕੇ 7 ਦਸੰਬਰ 1715 ਦੇ ਲਗਭਗ 8000 ਸਿੱਖ ਮਾਰ ਕੇ 794 ਸਿੱਖ ਕੈਦ ਕਰਕੇ ਗੱਡਿਆਂ ਸਿੱਖਾਂ ਦੇ ਸਿਰਾਂ ਦੇ ਭਰ ਕੇ ਕੈਦ ਕਰਕੇ ਸਿੱਖਾਂ ਨੂੰ ਲਿਆ ਕਰਕੇ, ਜੋ ਕਿ ਹੱਥਾਂ ਨੂੰ ਪਿੰਜਰਿਆਂ ਦੇ ਵਿੱਚ ਕੈਦ ਕਰਕੇ, ਬੰਦਾ ਸਿੰਘ ਬਹਾਦਰ ਨੂੰ ਵੀ ਕੈਦ ਕਰਕੇ ਹੱਥਕੜੀਆਂ ਲਾ ਕਰਕੇ ਦਿੱਲੀ ਵਿੱਚ ਲਿਆਂਦਾ ਗਿਆ। 29 ਫਰਵਰੀ 1716 ਈਸਵੀ ਦੇ ਵਿੱਚ ਦਿੱਲੀ ਦੇ ਵਿੱਚ 700 ਗੱਡੇ ਸਿਰਾਂ ਦੇ ਭਰ ਕੇ 2000 ਸਿੱਖਾਂ ਦੇ ਸਿਰ ਬਰਸ਼ਿਆਂ ਤੇ ਟੰਗ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਚੜ ਕੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਮਜ਼ਾਰ ਦੇ ਕੋਲ ਬੇਦਰਦੀ ਦੇ ਨਾਲ ਸਿੱਖਾਂ ਨੂੰ, ਇਹ ਜਿਹੜੇ ਸਿੱਖ ਸਨ ਇਹਨਾਂ ਨੂੰ ਲਿਆ ਕਰਕੇ ਹੌਲੀ ਹੌਲੀ ਕਤਲ ਕਰਨਾ ਸ਼ੁਰੂ ਕੀਤਾ। ਰੋਜ਼ 100 ਸਿੱਖਾਂ ਦਾ ਕਤਲ ਕੀਤਾ, ਬਲਕਿ ਇੱਥੋਂ ਤੱਕ ਕਿ ਇੰਨੀ ਨਿਰਦੈਤਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਉਹ ਪਹਿਲਾਂ ਉਹਨਾਂ ਦੇ ਬੇਟੇ ਬਾਬਾ ਅਜੈ ਸਿੰਘ ਦੇ ਬੱਚੇ ਦਾ ਕਲੇਜਾ ਪਾੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ। ਫਿਰ 1716 ਈਸਵੀ ਦੇ ਵਿੱਚ ਦਿੱਲੀ ਦੀ ਧਰਤੀ ਦੇ ਉੱਤੇ ਨਿਰਦੈਤਾ ਦੇ ਨਾਲ ਜਮੂਰਾਂ ਦੇ ਨਾਲ ਮਾਸ ਚੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ। ਇਹ ਜਿਹੜਾ ਸਮਾਂ ਸੀ ਸ਼ਹੀਦੀਆਂ ਦਾ ਸਮਾਂ ਸੀ। ਹੁਣ ਉਸ ਸਮੇਂ ਬਿਲਕੁਲ ਪੰਜਾਬ ਦੇ ਅੰਦਰ ਸਮਾਂ ਜਿਹੜਾ ਨਾ ਬਹੁਤ ਕਸ਼ਟਮਈ ਗੁਜ਼ਰਿਆ। ਉਸ ਤੋਂ ਬਾਅਦ ਫਿਰ ਇੱਕ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸੰਘਰਸ਼ ਕਿਵੇਂ ਆਰੰਭ ਹੁੰਦਾ ਹੈ, ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਸਰਬੱਤ ਖਾਲਸਾ ਹੋਂਦ ਵਿੱਚ ਆਇਆ। ਸਰਬੱਤ ਖਾਲਸਾ ਇਵੇਂ ਕਹਿ ਲਈਏ, ਸੰਸਕ੍ਰਿਤ ਵਿੱਚ ਸਰਵੋਤਮ ਕਹਿ ਲਈਏ, ਸਰਬੱਤ ਕਹਿ ਲਈਏ, ਸਮੁੱਚਾ ਜਾਂ ਸਾਰਾ, ਇਹਨੂੰ ਦੋਹਰਾ ਅਰਥ ਵੀ ਬਣਦਾ ਹੈ। ਇਹਨਾਂ ਨੇ ਕੀ ਕੀਤਾ ਕਿ ਉਸ ਸਮੇਂ ਕੁਛ ਕੁ ਆਪਸ ਦੇ ਵਿੱਚ ਬਦਈ ਖਾਲਸਾ ਤੇ ਤਤ ਖਾਲਸਾ ਹੋਂਦ ਵਿੱਚ ਆਏ। ਬਦਈ ਖਾਲਸਾ ਉਹ ਆਪਣੇ ਆਪ ਨੂੰ ਖਵਾਉਂਦੇ ਸਨ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਕਹਿਣ ਦੇ ਅਨੁਸਾਰ ਆਪਣੇ ਆਪ ਨੂੰ ਬੰਦਾ ਸਿੰਘ ਬਹਾਦਰ ਦੇ ਅਨੁਯਾਈ ਮੰਨਦੇ ਸਨ, ਤੇ ਤਤ ਖਾਲਸਾ ਉਹ ਸਨ ਜਿਹੜੇ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ 10ਵੇਂ ਪਾਤਸ਼ਾਹ ਦੀ ਖੁਸ਼ੀ ਨੂੰ ਮੰਨਣ ਵਾਸਤੇ ਉਹਦੇ ਅਨੁਸਾਰ ਚੱਲਦੇ ਸਨ। ਇਹਨਾਂ ਵਿੱਚ ਕਾਫੀ ਆਪਸ ਵਿੱਚ ਮਤਭੇਦ ਪਿਆ ਸੀ। ਉਸ ਸਮੇਂ ਇਸ ਗੱਲ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਹੋਰਾਂ ਨੇ ਭਾਈ ਬਨੀ ਸਿੰਘ ਜੀ ਹੋਰਾਂ ਨੂੰ ਹਰਿਮੰਦਰ ਸਾਹਿਬ ਦੀ ਧਰਤੀ ਦੇ ਮੁੱਖ ਗ੍ਰੰਥੀ ਵਜੋਂ ਬਣਾ ਕੇ ਭੇਜਿਆ ਸੀ। ਭਾਈ ਮਨੀ ਸਿੰਘ ਜੀ ਹੋਰਾਂ ਨੇ ਇਹਨਾਂ ਨੇ ਇੱਥੇ ਦਰਬਾਰ ਸਾਹਿਬ ਚ ਜਦੋਂ ਆਪਸ ਵਿੱਚ ਲੜਾਈ ਵਧੀ, ਇਹਨਾਂ ਕੋਲ ਭਾਈ ਮਨੀ ਸਿੰਘ ਜੀ, ਗਿਆਨੀ ਮਨੀ ਸਿੰਘ ਹੋਰਾਂ ਦੇ ਕੋਲ ਜਦੋਂ ਆਏ, ਇਹਨਾਂ ਨੇ 2 ਪਰਚੀਆਂ ਅਰਦਾਸ ਬੇਨਤੀ ਕਰਕੇ ਹਰਿਮੰਦਰ ਦੇ ਸਰੋਵਰ ਦੇ ਵਿੱਚ ਪਾਈਆਂ ਕਿ ਜਿਹੜਾ ਸੱਚਾ ਹੋਵੇਗਾ ਉਹਦੀ ਪਰਚੀ ਉੱਪਰ ਆਏਗੀ ਤੇ ਉਹੀ ਮੰਨ ਲਿਆ ਜਾਵੇਗਾ। ਬਦਈ ਖਾਲਸਾ ਦੀ ਪਰਚੀ ਡੁੱਬ ਗਈ, ਤਤ ਖਾਲਸਾ ਦੀ ਪਰਚੀ ਬਾਹਰ ਨਿਕਲ ਆਈ।
ਤੇ ਉਸ ਸਮੇਂ ਪੰਥ ਦੇ ਵਿੱਚ ਜੈਕਾਰਾ ਕੀਤਾ ਕਿ ਅਸੀਂ ਸਿਰਫ ਤੇ ਸਿਰਫ ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੰਨਦੇ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਮੰਨਦੇ ਆ। ਬੰਦਾ ਸਿੰਘ ਬਹਾਦਰ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਗੁਰਸਿੱਖ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਨੂੰ ਜ਼ਰੂਰ ਤੋਰਿਆ ਸੀ, ਲੇਕਿਨ ਉਹ ਗੁਰੂ ਜਾਂ ਉਹ ਕੋਈ ਹੋਰ ਗੱਦੀਦਾਰ ਨਹੀਂ ਹੈ, ਕਿਉਂਕਿ ਗੱਦੀਦਾਰ ਦੇ ਮਨ ਦੇ ਵਿੱਚ ਉਹਨਾਂ 'ਚ ਆ ਜਾਣਾ ਸੀ ਕਿ ਸ਼ਾਇਦ ਇਹਨੂੰ ਗੱਦੀ ਜਾਂ ਅੱਗੇ ਤਖਤ ਦਾ ਵਾਰਸ ਬਣ ਜਾਣਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਆ ਜਾਣੀ ਸੀ। ਸਰਬੱਤ ਖਾਲਸੇ ਦੀ ਹੋਂਦ ਜਦੋਂ ਜਿਸ ਦੇ ਸਿੱਖ ਧਰਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਗਾਇਨ ਕੀਤੀ ਗਈ, ਪ੍ਰਮਾਤਮਾ ਦਾ ਪ੍ਰਤੀਕ ਹੈ, ਉਸ ਨਾਲ ਜੋੜਨ ਦੇ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖਾਂ ਨੂੰ ਇੱਕ ਗੱਲ ਆਖਣਾ ਕੀਤੀ, ਸਿੱਖਾਂ ਦੇ ਜੋ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਸਰਬ ਲੋਕ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੋ ਸਮਾਉਣ ਤੋਂ ਉਪਰੰਤ ਵਿਅਕਤੀਗਤ ਗੁਰੂ ਕੋਈ ਨਹੀਂ ਹੋਏਗਾ, ਜੋ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਰਹਿਤਨਾਮਿਆਂ ਦੇ ਅੰਦਰ ਵੀ ਜ਼ਿਕਰ ਆਉਂਦਾ ਹੈ। ਉਸ ਸਮੇਂ ਤੋਂ ਬਾਅਦ ਸਿੱਖਾਂ ਨੇ ਆਪਸ ਦੇ ਵਿੱਚ ਕੀ ਕੀਤਾ ਕਿ ਆਪਸ ਦੇ ਵਿੱਚ ਸਦੀਵੀ ਸੁੱਖ ਲੈਣ ਵਾਸਤੇ ਇੱਕ ਇਤਿਹਾਸਕ ਹੋਰ ਅਰਥ ਵੀ ਆਉਂਦੇ ਨੇ ਕਿ ਸਰਬੱਤ ਖਾਲਸਾ ਗਣ ਰਾਜ ਸਮੁੱਚੀ ਇੱਛਾ ਸ਼ਕਤੀ ਸਮੁੱਚੇ ਤੌਰ ਦੇ ਉੱਤੇ ਵਰਤੀ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਖਾਲਸਾ ਪੰਥ ਬੁਲਾਇਆ ਜਾਵੇ, ਭਾਵ ਕਿ ਅਕਾਲ ਤਖਤ ਦੇ ਉੱਤੇ ਖਾਲਸਾ ਪੰਥ ਬੁਲਾਇਆ ਜਾਵੇ। ਖਾਲਸੇ ਪੰਥ ਦੇ ਵਿੱਚ ਜਿੰਨੇ ਵੀ ਮੁਖੀ ਸੱਜਣ ਨੇ ਉਹਨਾਂ 'ਚ ਬੈਠ ਕੇ ਕੋਈ ਵੀ ਗੱਲ ਦੇ ਉੱਤੇ, ਮਤੇ ਦੇ ਉੱਤੇ ਸਲਾਹ ਕੀਤੀ ਜਾਵੇ, ਫੈਸਲੇ ਲਾਗੂ ਕੀਤੇ ਜਾਣ, ਸਿੱਖ ਸੰਗਤ ਉਸ ਆਦੇਸ਼ ਨੂੰ, ਉਸ ਹੁਕਮਨਾਮੇ ਨੂੰ ਮੰਨ ਲੈਣ। ਉਸ ਸਮੇਂ ਜਾਣੀ ਕਿ ਸਰਬੱਤ ਖਾਲਸਾ ਦੀ ਉਸ ਸਮੇਂ 18ਵੀਂ ਸਦੀ ਦੇ ਵਿੱਚ ਪਹਿਲੀ ਵਾਰ ਜੋ ਸਰਬੱਤ ਖਾਲਸਾ ਅਕਾਲ ਤਖਤ ਦੇ ਉੱਤੇ ਸੱਜਣਾ ਬੁਲਾਇਆ ਗਿਆ, ਉੱਥੇ ਇਹਨਾਂ ਨੇ ਆਪਸ ਦੇ ਵਿੱਚ ਸਰਬੱਤ ਖਾਲਸਾ ਸੰਸਥਾ ਦੇ ਉਪਦਰੀ ਤੇ ਬੇਚੈਨੀ ਕਰਦੇ ਰਹਿਣ ਵਾਲੀ 18ਵੀਂ ਸਦੀ ਦੀ ਲੋੜ ਅਤੇ ਮਜਬੂਰੀਆਂ ਵਿੱਚੋਂ ਪੈਦਾ ਹੋਇਆ। ਅਸਲ ਸਰਬੱਤ ਖਾਲਸਾ ਦੀ ਲੋੜ ਪਹਿਲਾਂ ਨਹੀਂ ਸੀ ਪਈ, ਲੇਕਿਨ 18ਵੀਂ ਸਦੀ ਵਿੱਚ ਲੋੜ ਤੇ ਮਜਬੂਰੀਆਂ ਕਰਕੇ ਪੈਣੀ ਪਈ। ਜਦੋਂ ਸਿੱਖ ਘਰ ਘਾਟ ਛੱਡ ਕੇ ਮਜਬੂਰਨ ਦੂਰ ਦੁਰਾਡੇ ਪਹਾੜਾਂ ਜੰਗਲਾਂ ਵਿੱਚ ਜਾ ਕੇ ਛੋਟੇ ਗਰੁੱਪਾਂ ਦੇ ਵਿੱਚ ਰਹਿਣਾ ਪਿਆ, ਹਰ ਗਰੁੱਪ ਵਿੱਚ ਅੰਮ੍ਰਿਤਧਾਰੀ ਰਿਸ਼ਟ ਪੁਸ਼ਟ ਸਿੱਖ ਹਕੂਮਤ ਨਾਲ ਲੜਨ ਲਈ ਆਪਣੇ ਆਪਣੇ ਜਥੇ ਕਾਇਮ ਕਰ ਲਏ। ਸ਼ਾਹੀ ਫੌਜਾਂ ਨਾਲ ਲੜਾਈ ਚੱਲਣ ਕਰਕੇ ਵਸੋਂ ਤੋਂ ਦੂਰ ਰਹਿੰਦੇ ਸਨ ਅਤੇ ਵਿਸਾਖੀ ਦੇ ਦੀਵਾਲੀ ਦੇ ਉੱਤੇ ਹੀ ਸਿੱਖ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਇਕੱਠੇ ਹੋਇਆ ਕਰਦੇ ਸਨ। ਇੱਕ ਪਰੰਪਰਾ ਬਣ ਗਈ। ਬਹਾਦਰ ਯੋਧਿਆਂ ਨੇ ਆਮ ਸਿੱਖਾਂ ਦੇ ਇਕੱਠ ਸਮੁੱਚੀ ਨੁਮਾਇੰਦਗੀ ਕਰਦੇ ਸਨ ਤੇ ਸਰਬੱਤ ਖਾਲਸਾ ਕਹਾਉਂਦੇ ਸਨ। ਇਹਨਾਂ ਦੇ ਅਰਥ ਹੁਣ ਵੀ ਅਤੇ ਉਸ ਸਮੇਂ ਵੀ ਸਰਬੱਤ ਖਾਲਸਾ ਸਮੁੱਚੇ ਪੰਥ ਦੀ ਨੁਮਾਇੰਦਗੀ ਸੰਸਥਾ ਦੇ ਰੂਪ ਦੇ ਵਿੱਚ, ਜਿਸ ਦਾ ਨਾਂ ਤਾਂ ਵਿਅਕਤੀਗਤ ਰੂਪ ਦੇ ਵਿੱਚ ਸਮੁੱਚੇ ਇਕੱਠ ਦੀ ਕਿਸੇ ਇੱਕ ਇਨਸਾਨਵਾਦ ਨੂੰ ਸਰਬੱਤ ਖਾਲਸਾ ਨਹੀਂ ਆਖਿਆ ਜਾ ਸਕਦਾ। ਜਥੇਬੰਦਕ ਨੂੰ, ਇੱਕ ਜਥੇਬੰਦੀ ਨੂੰ ਵੀ ਸਰਬੱਤ ਖਾਲਸਾ ਨਹੀਂ ਆਖਿਆ ਜਾਂਦਾ। ਜਥੇਬੰਦਕ ਨੀਤੀ ਆਮ ਮਸਲਿਆਂ ਜਿਨ੍ਹਾਂ ਵਿੱਚ ਕੁਝ ਨਾ ਕੁਝ ਕਾਰਨਾਂ ਦੀ ਲੋੜ ਹੁੰਦੀ ਹੈ, ਸਰਬੱਤ ਖਾਲਸਾ ਫੈਸਲਾ ਕਰਦਾ ਸੀ। ਵੱਖ-ਵੱਖ ਜਥਿਆਂ ਦੀਆਂ ਸਰਗਰਮੀਆਂ ਬਾਰੇ ਧਿਆਨ ਰੱਖਿਆ ਜਾਂਦਾ ਸੀ ਤੇ ਮੁਗਲ ਅਤੇ ਅਫਗਾਨਾਂ ਨੂੰ ਦਮਨਕਾਰੀ ਤੇ ਸਹਿਯੋਗੀ ਜਾਟਾਂ ਮਰਾਠਿਆਂ ਦੇ ਨਾਲ ਮਿੱਤਰਤਾ ਸੰਬੰਧੀ ਨੀਤੀਆਂ ਨੂੰ ਘੜਿਆ ਜਾਂਦਾ ਸੀ। ਇਸ ਇਤਿਹਾਸ ਦੇ ਵਿੱਚ ਸਰਬੱਤ ਖਾਲਸਾ ਮਹੱਤਵਪੂਰਨ ਇਕੱਤਰਤਾ 1723 ਦੇ ਵਿੱਚ ਦੀਵਾਲੀ ਦੇ ਉੱਤੇ ਹੋਈ। ਸਭ ਤੋਂ ਪਹਿਲੀ ਜਿਹੜੀ ਸਰਬੱਤ ਖਾਲਸਾ ਦੀ ਇਕੱਤਰਤਾ ਸੀ ਨਾ, 1723 ਦੇ ਵਿੱਚ ਦੀਵਾਲੀ ਦੇ ਵਿੱਚ ਹੋਈ, ਜਿਸ ਵਿੱਚ ਭਾਈ ਮਨੀ ਸਿੰਘ ਜੀ ਨੇ ਤਤ ਖਾਲਸਾ ਤੇ ਬਦਈ ਖਾਲਸਾ ਦੇ ਵਿਵਾਦ ਨੂੰ ਸਮਾਧਾਨ, ਜਿਵੇਂ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ ਨਾ, ਤੇ ਮਨੀ ਸਿੰਘ ਜੀ ਹੋਰਾਂ ਨੇ ਇਹਨਾਂ ਬਦਈ ਖਾਲਸਾ ਤੇ ਤਤ ਖਾਲਸਾ ਦੇ ਵਿੱਚ ਆਪਸ ਵਿੱਚ ਜਿਹੜਾ ਖੜੋਤ ਵਿਵਾਦ ਪਿਆ ਹੋਇਆ ਸੀ, ਉਸ ਨੂੰ ਦੂਰ ਕੀਤਾ। ਤੇ ਉਸੇ ਦੂਸਰਾ ਉਲੇਖ ਇਸ ਯੋਜਨਾ ਤੋਂ ਉਦੋਂ ਸ਼ੁਰੂਆਤ ਹੋਈ ਜਦੋਂ ਭਾਈ ਤਾਰਾ ਸਿੰਘ ਜੀ ਵਾਂ ਉਹਨਾਂ ਦੀ ਸ਼ਹਾਦਤ ਦੇ ਉੱਤੇ ਫੈਸਲਾ ਹੋਇਆ ਸੀ। ਗੁਰਮੱਤਾ ਤਿੰਨ ਫੈਸਲੇ ਕੀਤੇ ਗਏ ਸਨ। ਮੁਗਲ ਹੁਕਮਰਾਨ, ਮੁਗਲ ਸਰਕਾਰ ਦੇ ਸੂਹੀਆਂ ਜਾਂ ਖੁਫੀਆ ਏਜੰਟਾਂ ਨੂੰ ਖਤਮ ਕਰਨਾ। ਦੂਜਾ, ਸਰਕਾਰੀ ਖਜ਼ਾਨੇ ਇਧਰ ਉਧਰ ਲੁੱਟੇ ਜਾਣ
ਤੇ ਤੀਜਾ ਅਸਲਾ ਖਾਨਿਆਂ, ਸਰਕਾਰੀ ਅਸਲਾ ਖਾਨਿਆਂ ਨੂੰ ਸ਼ਸਤਰ ਲੁੱਟ ਕੇ ਅਸਤਬਲ ਘੋੜਿਆਂ ਨੂੰ ਖਿਸਕਾਉਣਾ। ਇਹ ਉਸ ਸਮੇਂ ਤਿੰਨ ਮਤੇ ਇਹਨਾਂ ਨੇ ਆਪਸ ਵਿੱਚ ਪਾਏ ਸਨ ਤੇ ਕੁਝ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ। ਸਨ 1733 ਈਸਵੀ ਵਿੱਚ ਲਾਹੌਰ ਦੇ ਸੂਬੇਦਾਰ ਵੱਲੋਂ ਭੇਜੀ ਜ਼ਗੀਰ ਦੀ ਖਿੱਲਤ ਭੇਜਣਾ ਕੀਤੀ ਸੀ। ਅਸਲ ਦੇ ਵਿੱਚ ਜਦੋਂ 1733 ਵਿੱਚ ਇਹਨਾਂ ਨੇ, ਜਦੋਂ ਸਿੱਖਾਂ ਨੇ ਇਹ ਤਿੰਨੇ ਜਿਹੜੇ ਮਤੇ ਪਾਏ ਸੀ, ਇਹ ਤਿੰਨਾਂ ਮਤਿਆਂ ਦੇ ਉੱਤੇ ਸਿੱਖ ਪੂਰਨ ਤੌਰ ਦੇ ਉੱਤੇ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕੀਤਾ, ਘੋੜਿਆਂ ਨੂੰ ਲੁੱਟਣਾ ਸ਼ੁਰੂ ਕੀਤਾ, ਅਸਲਿਆਂ ਨੂੰ ਲੁੱਟਣਾ ਸ਼ੁਰੂ ਕੀਤਾ, ਜਿਹੜੀਆਂ ਤੋਪਾਂ ਲੁੱਟੀਆਂ ਇਤਿਆਦਿਕ ਸਾਰਾ ਕੁਛ ਇਹਨਾਂ ਲੁੱਟਣਾ ਸ਼ੁਰੂ ਕਰਦਾ। ਜਦੋਂ ਇਹਨਾਂ ਨੇ ਦੇਖਿਆ ਕਿ ਸਿੱਖ ਲੜਨ ਦੇ ਵਿੱਚ ਮਾਰਸ਼ਲ ਨੇ ਔਰ ਇਹ ਜਾਣੀ ਕਿ ਗੁਰੀਲਾ ਯੁੱਧ, ਕੈਪਟਨ ਸਾਹਿਬ ਇੱਥੇ ਨੇ, ਸਾਨੂੰ ਪਤਾ ਆ ਗੁਰੀਲਾ ਯੁੱਧ ਪ੍ਰਣਾਲੀ ਦੇ ਵਿੱਚ ਬੜੇ ਮਾਹਿਰ ਨੇ, ਸਿੱਖਾਂ ਨੂੰ ਇਹ ਵਿਰਾਸਤ ਦੇ ਵਿੱਚੋਂ ਚੀਜ਼ਾਂ ਮਿਲੀਆਂ ਸਨ। ਤੇ ਜਦੋਂ ਇਹ ਗੁਰੀਲਾ ਯੁੱਧ ਪ੍ਰਣਾਲੀ ਦੇ ਰਾਹੀਂ ਇਹਨਾਂ ਕੋਲ ਜਿੱਤ ਕੇ ਸਾਰਾ ਸਮਾਨ ਖੋਹ ਕੇ ਲੈ ਜਾਇਆ ਕਰਦੇ, ਆਖਿਰਕਾਰ ਇਹਨਾਂ ਨੇ ਲਾਹੌਰ ਦੇ ਜਹਾਂਗੀਰ ਸੂਬੇਦਾਰ ਨੇ ਆਖਿਆ ਕਿ ਕਿਉਂ ਨਾ ਹੋਵੇ ਕਿ ਸਿੱਖਾਂ ਨੂੰ ਖਿੱਲਤ ਭੇਜੀ ਜਾਏ। ਅਸਲ 'ਚ ਖਿੱਲਤ ਭਾਵ ਕਿ ਜ਼ਗੀਰ ਦੇ ਦੇਣੀ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਰਹੋ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਤੇ ਤੁਹਾਨੂੰ ਜ਼ਗੀਰਾਂ, ਤੁਹਾਡੇ ਜਿਹੜੀਆਂ ਖੇਤੀਬਾੜੀ ਹੈ, ਤੁਸੀਂ ਆਰਾਮ ਦੇ ਨਾਲ ਰਹੋ। ਜਦੋਂ ਇਹ ਖਿੱਲਤ ਭੇਜੀ ਤੇ ਸਿੱਖਾਂ ਨੇ ਪਹਿਲਾਂ ਤੇ ਆਪਸ ਵਿੱਚ ਮਤਿਆਂ ਦੇ ਵਿੱਚ ਨਹੀਂ ਪ੍ਰਵਾਨ ਕੀਤੀ, ਲੇਕਿਨ ਅੱਗੇ ਜਾ ਕੇ ਇਸ ਦੇ ਉੱਤੇ ਵਿਚਾਰ ਕਰਦੇ ਆ। ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਬਾਅਦ ਚੋਂ ਪ੍ਰਵਾਨ ਕਰ ਲਈ ਸੀ। ਹੁਣ ਇਸ ਤੋਂ ਬਾਅਦ ਕੀ ਹੋਇਆ? ਦਲ ਖਾਲਸਾ ਦੀ ਸਥਾਪਨਾ। ਦਲ ਖਾਲਸਾ ਦੀ ਸਥਾਪਨਾ ਅਸਲ ਦੇ ਵਿੱਚ ਵਿਸ਼ੇਸ਼ ਕਾਰਨ, ਅਸਲ ਦੇ ਵਿੱਚ 1716 ਵਿੱਚ ਪੰਜਾਬ ਦੇ ਅਜਿਹੀ ਹਾਲਤ ਪੈਦਾ ਹੋ ਗਈ, ਦਲ ਖਾਲਸਾ ਦੀ ਸਥਾਪਨਾ ਕਰਨ ਦਾ ਰਾਹ ਪੱਧਰਾ ਹੋ ਗਿਆ। ਸਿੱਖਾਂ ਤੇ ਜ਼ੁਲਮ ਤੇ ਛੋਟੇ ਛੋਟੇ ਜਾਨੀ ਕਿ ਜਥੇਬੰਦੀਆਂ ਨੂੰ ਬਣਾਉਣੇ ਪੈ ਗਏ। ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕੀਤਾ, ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ ਕੀਤਾ ਤੇ 1733 ਜ਼ਕਰੀਆ ਖਾਨ ਨੇ ਸਿੱਖਾਂ ਨੂੰ 1 ਲੱਖ ਦੀ ਜ਼ਗੀਰ ਤੇ ਉਹ ਇਤਿਆਦਿਕ ਕਲਗੀ ਇਤਿਆਦਿਕ ਭੇਜਣਾ ਕੀਤੀ ਤੇ ਉਹਨਾਂ ਦੇ ਨੇਤਾ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਨੂੰ ਇਹ ਖਿਲਤ ਬਖਸ਼ਣਾ ਕੀਤੀ। ਅਸਲ ਦੇ ਵਿੱਚ ਇਹ ਜਿਹੜੇ ਕਪੂਰ ਸਿੰਘ ਜੀ ਸਨ, ਨਵਾਬ ਕਪੂਰ ਸਿੰਘ ਜੀ, ਇਹ ਅਸਲ 'ਚ ਘੋੜਿਆਂ ਦੀ ਲਿੱਦ ਚੁੱਕਿਆ ਕਰਦੇ ਸੀ। ਨਵਾਬੀ ਜਿਹੜੀ ਮਿਲੀ ਹੈ ਨਾ, ਘੋੜਿਆਂ ਦੀ ਖਿਲਤ, ਘੋੜਿਆਂ ਦੀ ਸੇਵਾ ਕਰਦੇ ਸਨ। ਜਦੋਂ ਇਹ ਬੁੱਢਾ ਦਲ ਦੇ ਕੋਲ ਇਹ ਖਿਲਤ ਲੈ ਕਰਕੇ ਗੁਰਸਿੱਖਾਂ ਦੇ ਰਾਹੀਂ ਇਹ ਲੈ ਕੇ ਆਏ ਨੂੰ, ਜ਼ਕਰੀਆ ਖਾਨ ਦੇ ਵੱਲੋਂ ਇਹ ਖਿਲਤ ਆਈ, 1 ਲੱਖ ਰੁਪਈਆ ਤੇ ਜ਼ਗੀਰ ਨਾਲ ਆਈ, ਨਵਾਬੀ ਨਾਲ ਆਈ, ਤੇ ਇਹ ਅਸਲ 'ਚ ਕੋਈ ਵੀ ਲੈਣ ਨੂੰ ਪ੍ਰਵਾਨ ਨਹੀਂ ਸੀ ਕਰਦਾ, ਕਿਉਂਕਿ ਗੁਰੂ ਪਾਤਸ਼ਾਹ ਦੇ ਹੁਕਮ ਸਦਕਾ ਇਹਨਾਂ ਨੂੰ ਕਿਸੇ ਦੀ ਵੀ ਜ਼ਗੀਰ ਲੈਣੀ ਪ੍ਰਵਾਨ ਨਹੀਂ ਸੀ ਕੀਤੀ ਕਿ ਅਸੀਂ ਤੁਹਾਡੀ ਜ਼ਗੀਰ ਭੇਜੀ ਹੋਈ ਭੇਟਾ ਸਾਨੂੰ ਪ੍ਰਵਾਨ ਨਹੀਂ। ਲੇਕਿਨ ਵਿੱਚੋਂ ਕੁਝ ਸਿਆਣੇ ਇਨਸਾਨਾਂ ਨੇ ਸਿਆਣੇ ਸਮਝਾਉਣਾ ਕੀਤਾ ਕਿ ਜਿੰਨਾ ਸਮਾਂ ਸਾਨੂੰ ਮਿਲੂਗਾ ਇਹਦੇ ਵਿੱਚ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਰਵਾਂਗੇ, ਪਰਿਵਾਰ ਵੱਡੇ ਕਰਾਂਗੇ, ਨਾਲ ਸਾਨੂੰ ਸਟੇਬਲ ਹੋਣ ਦਾ ਮੌਕਾ ਮਿਲੇਗਾ, ਸਾਨੂੰ ਆਪਣੇ ਜਾਨੀ ਕਿ ਪਰਿਵਾਰ, ਚਾਹੇ ਉਹ ਆਰਥਿਕ ਤੌਰ ਦੇ ਉੱਤੇ ਚਾਹੇ ਸਮਾਜਿਕ ਤੌਰ ਦੇ ਉੱਤੇ, ਸਾਨੂੰ ਹੋਰ ਸਮਰੱਥਾ ਮਿਲੂਗੀ, ਬਲ ਮਿਲੂਗਾ ਕਿ ਅਸੀਂ ਇਸ ਸਮੇਂ ਦੇ ਵਿੱਚ ਆਪਣਾ ਹੋਰ ਤਰੱਕੀ ਕਰ ਸਕੀਏ। ਜਦੋਂ ਇਹ ਗੱਲ ਆਪਸ ਦੇ ਵਿੱਚ ਸਮਝੀ ਤੇ ਇਹਨਾਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਇਹ ਜੋ ਕਿ ਨਵਾਬੀ ਦੇ ਦੇਣਾ ਕੀਤੀ। ਨਵਾਬੀ ਤੋਂ ਬਾਅਦ ਫਿਰ ਇਹਨਾਂ ਨੇ 1734 ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਯੋਧਿਆਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਸਭਾ ਬੁਲਾਈ। ਉਹਦੇ ਵਿੱਚ 2 ਦਲ ਬਣਾਏ, ਜਿਹਦੇ ਵਿੱਚ ਇੱਕ ਬੁੱਢਾ ਦਲ ਤੇ ਇੱਕ ਤਰੁਣਾ ਦਲ, 2 ਸੰਗਠਨ ਕੀਤੇ। ਬੁੱਢਾ ਦਲ ਦੇ ਵਿੱਚ ਜਿਹੜੇ ਵਡੇਰੀ ਉਮਰ ਦੇ ਸਨ ਉਹ ਸਨ, ਤੇ ਜਿਹੜੇ 40 ਸਾਲ ਤੋਂ ਉਮਰ ਜਿਨ੍ਹਾਂ ਦੀ ਉੱਤੇ ਸੀ ਉਹ ਬੁੱਢਾ ਦਲ ਦੇ ਵਿੱਚ। ਇਸ ਦੇ ਪ੍ਰਮੁੱਖ ਨੇਤਾ ਨਵਾਬ ਕਪੂਰ ਸਨ ਤੇ ਸ਼ਾਮ ਸਿੰਘ ਤੇ ਬਾਗ ਸਿੰਘ ਦੇ ਹੋਰ ਨੇਤਾ ਵੀ ਸਨ। ਬੁੱਢਾ ਦਲ ਦੇ ਜੋ ਕਿ 40 ਸਾਲ ਤੋਂ ਉੱਪਰ ਸਨ, ਲੇਕਿਨ ਜਿਹੜਾ ਤਰੁਣਾ ਦਲ ਸੀ ਉਹਦੇ ਵਿੱਚ 40 ਸਾਲ ਤੋਂ ਘੱਟ ਜਵਾਨ ਦੇ ਸਨ, ਉਹ 40 ਸਾਲ ਤੋਂ ਘੱਟ ਉਮਰ ਦੇ ਸਨ। ਉਹ ਤਰੁਣਾ ਦਲ ਜਿਹੜੇ ਜਵਾਨ ਸਨ।
ਤੇ ਇਹਨਾਂ ਨੇ ਅੰਮ੍ਰਿਤਸਰ ਦੇ ਜੋ ਕਿ ਵੱਖ-ਵੱਖ ਥਾਵਾਂ ਦੇ ਉੱਤੇ ਆਪਣੇ ਕੇਂਦਰ ਬਣਾਏ। ਜਿਹੜੇ ਬੁੱਢਾ ਦਲ ਦੇ ਸਨ, ਇਹਨਾਂ ਨੇ ਰਾਮਸਰ, ਵਿਵੇਕਸਰ, ਕੌਲਸਰ, ਸੰਤੋਖਸਰ ਉੱਤੇ ਆਪਣੇ ਕੇਂਦਰ ਬਣਾਉਣਾ ਕੀਤੇ। ਇਹਨਾਂ ਜਥਿਆਂ ਨੇ ਬਾਬਾ ਦੀਪ ਸਿੰਘ, ਕਰਮ ਸਿੰਘ, ਕਾਹਨ ਸਿੰਘ, ਵਿਨੋਦ ਸਿੰਘ, ਦਾਨ ਸਿੰਘ, ਭਾਈ ਵੀਰ ਸਿੰਘ ਇਤਿਆਦਿਕ ਜਥਿਆਂ ਲਗਭਗ ਹਰੇਕ ਜਥੇ ਵਿੱਚ 1300 ਤੋਂ 2000 ਤੱਕ ਨੌਜਵਾਨ ਸਨ। ਹੁਣ ਇਹਨਾਂ ਦੇ ਕੰਮ ਕੀ ਸਨ? ਆਮ ਤੌਰ ਦੇ ਉੱਤੇ ਇਹਨਾਂ ਦੇ ਕਾਰਜ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕੰਮ ਅਸਲ 'ਚ ਉਸ ਸਮੇਂ ਤੋਂ ਹੀ ਇਹਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰਵਾਉਣਾ ਕੀਤੀ। ਬਾਣੀ ਤੇ ਹਰੇਕ ਗੁਰਸਿੱਖ ਪੜ੍ਹਦਾ ਸੀ, ਲੇਕਿਨ ਇਹਨਾਂ ਸਮਿਆਂ ਦੇ ਵਿੱਚ ਗੁਰਬਾਣੀ ਦੀ ਸੰਥਿਆ ਦੇਣੀ, ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੋੜਨਾ, ਇਹਨਾਂ ਨੂੰ ਇੱਥੇ ਤੀਰਅੰਦਾਜ਼ੀ ਕਰਵਾਉਣੀ, ਘੋੜਸਵਾਰੀ ਕਰਵਾਉਣੀ, ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੋਰ ਪ੍ਰਪੱਖ ਤੌਰ ਦੇ ਉੱਤੇ ਇਹਨਾਂ ਲਿਆਂਦਾ। ਲੰਗਰ ਦੀ ਪ੍ਰਥਾ ਜਾਂ ਹੋਰ ਕੱਪੜੇ ਇਤਿਆਦਿ ਇਕੱਠੇ ਕਰਨੇ ਸ਼ੁਰੂ ਕੀਤੇ। ਇਹ ਦਲ ਸਟੈਬਲ ਕਰਨ ਵਾਸਤੇ, ਆਪਣੇ ਹੋਰ ਮਜ਼ਬੂਤ ਕਰਨ ਵਾਸਤੇ ਇਹਨਾਂ ਦੋਵੇਂ ਦਲਾਂ ਜੋ ਕਿ ਵੱਖ-ਵੱਖ ਰੂਪਾਂ ਦੇ ਵਿੱਚ ਖਾਲਸਾ ਦਲ ਨੇ ਸਥਾਪਿਤ ਕੀਤੇ। ਦਲ ਖਾਲਸੇ ਦੀ ਆਰੰਭਤਾ ਜਿਹੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਕੋਈ 10 ਕੁ ਸਾਲ ਤੋਂ ਬਾਅਦ, ਕੋਈ ਜਦੋਂ ਕੋਈ ਕਾਰਵਾਈ ਨਾ ਹੋਈ, ਮਿਸਲਾਂ ਦੀ ਆਰੰਭਤਾ ਤੋਂ ਪਹਿਲਾਂ ਹੀ ਦਲ ਖਾਲਸਾ 1726 ਦੇ ਵਿੱਚ ਅਸਲ ਦੇ ਵਿੱਚ ਸ਼ੁਰੂਆਤ ਹੋਈ ਸੀ, ਜਦੋਂ ਤਾਰਾ ਸਿੰਘ ਵਾਹ ਪਿੰਡ ਦੇ ਜਿਹੜੇ ਸਨ ਸ਼ਾਹੀ ਫੌਜ ਨਾਲ ਲੜਦੇ ਸ਼ਹੀਦ ਹੋ ਗਏ ਸਨ। ਸਿੱਖ ਅਸਲ ਦੇ ਵਿੱਚ ਜਦੋਂ ਸ਼ਹੀਦ ਹੋਏ ਤੇ ਸਿੱਖ ਇਸ ਘਟਨਾ ਤੋਂ ਭੜਕ ਉੱਠੇ। ਥਾਂ ਥਾਂ ਦੇ ਉੱਤੇ ਫਿਰ ਇਹਨਾਂ ਨੇ ਲੁੱਟ ਮਚਾਉਣਾ ਕੀਤੀ। ਫਿਰ ਇਹਨਾਂ ਨੂੰ ਜੋ ਨਵਾਬੀ ਮਿਲੀ ਤੇ ਫਿਰ ਬੁੱਢਾ ਦਲ ਦੇ ਵਿੱਚ ਵੱਖ-ਵੱਖ ਰੂਪ ਦੇ ਅੰਦਰ ਬੁੱਢਾ ਦਲ ਤੋਂ 14 ਸਾਲ ਪਹਿਲਾਂ ਬਣੇ ਮੁਖੀ ਜੋ ਕਿ ਇੱਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਿੱਚ ਸਮੁੱਚੇ ਜਲ ਦੇ ਵਿੱਚ ਘਿਰਿਆ ਹੋਇਆ ਰੇਗਿਸਤਾਨ ਤੋਂ ਬਾਅਦ ਨਵਾਬ ਕਪੂਰ ਸਿੰਘ ਤੋਂ ਦੂਜਾ ਜਿਹੜਾ, ਇਹ ਅਸੀਂ ਬੁੱਢੇ ਦਲ ਦੀ ਗੱਲ ਕੀਤੀ ਸੀ, ਦੂਜਾ ਸੀ ਤਰੁਣਾ ਦਲ। ਤਰੁਣਾ ਦਲ ਦੇ ਅੱਗੋਂ 5 ਜਥੇ ਬਣੇ, ਜਿਨ੍ਹਾਂ ਜਥਿਆਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ, ਨੱਥਾ ਸਿੰਘ, ਗੁਰਬਖਸ਼ ਸਿੰਘ ਆਦਿ ਮੁਖੀ ਸਨ। ਦੂਜਾ ਜਥਾ ਸੀ ਅੰਮ੍ਰਿਤਸਰੀਆਂ ਦਾ ਜਥਾ, ਜਿਸ ਵਿੱਚ ਕਰਮ ਸਿੰਘ, ਧਰਮ ਸਿੰਘ ਆਦਿ ਸਰਦਾਰ ਸਨ। ਤੀਜਾ ਸੀ ਜਥਾ ਡੱਲੇਵਾਲੀਆ ਦਾ, ਜਿਸ ਵਿੱਚ ਦਸੌਂਧਾ ਸਿੰਘ, ਫਤਿਹ ਸਿੰਘ, ਕਰਮ ਸਿੰਘ, ਗੁਰਦਿਆਲ ਸਿੰਘ ਅਤੇ ਆਦਿ ਜਥੇਦਾਰ ਸਨ। ਚੌਥਾ ਸੀ ਬਾਬਾ ਕਾਹਨ ਸਿੰਘ ਦੀ ਅੰਸ਼ ਵੰਸ਼ ਦੇ ਵਿੱਚੋਂ ਮੀਰੀ ਸਿੰਘ, ਹਰੀ ਸਿੰਘ, ਬਾਗ ਸਿੰਘ ਆਦਿ ਮੁਖੀ ਸਨ। ਚੌਥਾ ਜਥਾ ਸੀ ਮਜਬੀਹੀਆਂ, ਭਾਈ ਵੀਰ ਸਿੰਘ, ਜਿਉਣ ਸਿੰਘ, ਮਦਨ ਸਿੰਘ, ਅਮਰ ਸਿੰਘ ਆਦਿ ਦਾ ਜਥਾ ਸੀ। ਇਹਨਾਂ ਜਥਿਆਂ ਦਾ ਕੰਮ ਵੈਰੀ ਨਾਲ ਲੋਹਾ ਲੈਣਾ, ਪੰਥ ਦੇ ਵਿੱਚ ਚੜ੍ਹਦੀ ਕਲਾ ਬੁੱਢਾ ਦਲ ਦਾ ਸੀ ਕਿ ਪੰਥ ਦੇ ਵਿੱਚ ਕਿਹੜੇ ਪੱਖ ਦੇ ਵਿੱਚੋਂ ਅਸੀਂ ਉਭਾਰ ਕਰ ਸਕਦੇ ਹਾਂ, ਜਾਂ ਐਵੇਂ ਕਹਿ ਲਈਏ ਕਿ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਆਪਣੇ ਪੰਥ ਨੂੰ ਹੋਰ ਅਸੀਂ ਅਗਾਂਹੂ ਤੋਰ ਸਕਦੇ ਹਾਂ। ਬਾਣੀ ਪੜ੍ਹਾ ਕੇ, ਉਹਨਾਂ ਨੂੰ ਸਿੱਖਿਆ ਦੇ ਕਰਕੇ, ਉਹਨਾਂ ਦੇ ਨਾਲ ਜੋੜ ਕੇ, ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨ ਦੇ ਨਾਲ। ਲੇਕਿਨ ਜਿਹੜੇ ਤਰੁਣਾ ਦਲ ਸੀ, ਇਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਕਿ ਉਹਦੇ ਪੱਖੋਂ ਇਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਜਾਨੀ ਕਿ ਸ਼ਸਤਰਧਾਰੀ ਬਣਾ ਰਹੇ ਸਨ। 1300 ਲੈ ਕੇ 2000 ਤੱਕ ਸ਼ਸਤਰਧਾਰੀ ਇਹਨਾਂ ਦੇ ਵਿੱਚ। ਜਦੋਂ ਇਹ ਅਜੇ ਕਿ 2 ਕੁ ਸਾਲ ਹੋਏ ਸੀ, 1735 ਵਿੱਚ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਂ ਸਿੱਖਾਂ ਨਾਲ ਸੰਬੰਧ ਤੋੜ ਲੈਂਦਾ ਹੈ। 2 ਕੁ ਸਾਲ ਮਹਾਨਵੇ, 2 ਕੁ ਸਾਲਾਂ 'ਚ ਜਦੋਂ ਇਹਨਾਂ ਨੇ ਸਿੱਖਾਂ ਨੇ ਥੋੜੇ ਐਨ ਹੋਰ ਵਧੀਆ ਤਰੀਕੇ ਦੇ ਨਾਲ ਉੱਠ ਕੇ ਤੁਰ ਪਏ ਨਾ, ਤੇ ਬਾਅਦ ਦੇ ਵਿੱਚ ਇਹਨਾਂ ਨੇ ਨਜਾਕਤ ਨੂੰ ਦੇਖਦਿਆਂ ਹੋਇਆਂ ਉਸਨੇ ਜਦੋਂ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਇਹਨਾਂ ਦੋਹਾਂ ਦਲਾਂ ਨੇ ਜੰਗਲਾਂ, ਪਹਾੜਾਂ, ਰੇਗਿਸਤਾਨਾਂ ਵੱਲ ਤੁਰ ਪਏ। ਜਿਵੇਂ ਬੁੱਢਾ ਦਲ ਦੇ ਗੁਰਸਿੱਖ ਜਿਹੜੇ ਸਨ ਉਹ ਪਹਾੜਾਂ ਦੇ ਵੱਲ ਜਾਂ ਇੱਧਰ ਰਾਜਸਥਾਨ ਦੇ ਵੱਲ, ਬੀਕਾਨੇਰ ਦੀ ਧਰਤੀ ਵੱਲ ਨੂੰ ਉਧਰ ਹੋ ਤੁਰੇ, ਜਿੱਥੇ ਸ਼ਾਂਤ ਇਲਾਕਾ ਸੀ, ਜਿੱਥੇ ਪੰਜਾਬ ਤੋਂ ਜਾ ਕੇ ਵੱਖਰੇ ਰਹਿ ਸਕਦੇ ਹਾਂ। ਤਰੁਣਾ ਦਲ ਦੇ ਜਥੇਦਾਰ ਜ਼ਿਆਦਾਤਰ ਕਹਿਲੂਰ, ਹੰਡੂਰ, ਸਰਮੋਰ ਦੀਆਂ ਪਹਾੜੀਆਂ ਦੇ ਵਿੱਚ ਚਲੇ ਗਏ। 1739 ਵਿੱਚ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਆਉਂਦਾ ਹੈ, ਦਿੱਲੀ ਅਤੇ ਪੰਜਾਬ ਚ ਲੁੱਟ-ਪੁੱਟ ਕੇ ਸੈਂਕੜੇ ਹਿੰਦੂ ਲੜਕੀਆਂ ਨੂੰ ਲੁੱਟ-ਪੁੱਟ ਕੇ ਆਪਣੇ ਦੇਸ਼ ਨੂੰ ਪਰਤ ਰਿਹਾ ਸੀ ਨਾ, ਤੇ ਅਖਨੂਰ ਦੇ ਨੇੜੇ ਪਿੱਛਾ ਕਰਕੇ ਸਿੱਖਾਂ ਨੇ ਇਹਨਾਂ ਦੀਆਂ ਹਜ਼ਾਰਾਂ ਲੜਕੀਆਂ ਕੀ 2200 ਲੜਕੀਆਂ ਦਾ ਜ਼ਿਕਰ ਜਿਹੜਾ ਇਤਿਹਾਸ ਚ ਆਉਂਦਾ ਹੈ। 2200 ਲੜਕੀਆਂ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਨੇ ਛੁਡਵਾ ਕੇ ਘਰੋਂ ਘਰੀ ਪਹੁੰਚਾਉਣੀਆਂ ਕੀਤੀਆਂ। ਫਿਰ
ਉਦੋਂ ਨਾਦਰ ਸ਼ਾਹ ਚੁੱਪ ਕਰਕੇ ਚਲਾ ਗਿਆ। 1746 ਈਸਵੀ ਵਿੱਚ ਫਿਰ ਇਹਨਾਂ ਨੇ ਮੁਗਲ ਹੁਕਮਰਾਨਾਂ ਨੇ ਸਿੱਖਾਂ ਦੇ ਉੱਤੇ ਛੋਟਾ ਘੱਲੂਘਾਰਾ ਕੀਤਾ, ਜਿਹਦੇ ਕਾਨੂੰਆਂ ਦੀ ਛੰਬ ਦੇ ਵਿੱਚ ਇਹ ਛੋਟਾ ਘੱਲੂਘਾਰਾ, ਜਿਹਦੇ ਵਿੱਚ ਤਕਰੀਬਨ ਇੱਕ ਦਿਨ ਦੇ ਵਿੱਚ ਹੀ 7-8 ਹਜ਼ਾਰ ਸਿੱਖਾਂ ਨੂੰ ਸ਼ਹਾਦਤ ਦੇਣੀ ਪਈ। ਘਰ ਘਰ ਉਜਾੜ ਦਿੱਤੇ, ਜੰਗਲਾਂ ਦੇ ਵਿੱਚ। ਇੱਕ ਪਾਸੇ ਜਦੋਂ ਅਸੀਂ ਉਹ ਵੱਖਰਾ ਵਿਸ਼ਾ, ਕਾਫੀ ਲੰਬਾ ਵਿਸ਼ਾ, ਇੰਨੇ ਕੁ ਤਸ਼ੱਦਦ, ਇੱਕ ਪਾਸੇ ਜੰਗਲ ਨੂੰ ਅੱਗ ਲਾ ਦਿੱਤੀ, ਇੱਕ ਪਾਸੇ ਫੌਜ ਸੀ, ਇੱਕ ਪਾਸੇ ਦਰਿਆ ਬਿਆਸਾ ਹੀ, ਗਰਮੀਆਂ ਦੇ ਦਿਨ ਸੀ, ਰੇਤ ਤਪਦੀ ਸੀ, ਪੈਰਾਂ ਦੇ ਉੱਤੇ ਤੁਰਿਆ ਨਹੀਂ ਜਾਂਦਾ, ਨੰਗੇ ਪੈਰ, ਜੁੱਤੀਆਂ ਵੀ ਟੁੱਟ ਗਈਆਂ, ਭੁੱਖੇ ਭਾਣੇ। ਇੱਥੋਂ ਤੱਕ ਕਿ ਇੱਕ ਥਾਂ ਦੇ ਉੱਤੇ ਜ਼ਿਕਰ ਮਿਲਦਾ ਹੈ ਕਿ ਤਪਦੀ ਹੋਈ ਰੇਤ ਦੇ ਉੱਤੇ ਢਾਲਾਂ ਮੂਧੀਆਂ ਮਾਰ ਕੇ ਉਹਨਾਂ ਦੇ ਉੱਤੇ ਰੋਟੀਆਂ ਪਕਾ ਕੇ ਤੇ ਉਹ ਖਾ ਕੇ ਗੁਜ਼ਾਰਾ ਕੀਤਾ। ਪੈਰਾਂ ਦੇ ਵਿੱਚ ਜੁੱਤੀਆਂ ਵੀ ਨਹੀਂ ਸਨ, ਪੈਰਾਂ ਦੇ ਵਿੱਚ ਉਹਨਾਂ ਨੇ ਕੱਪੜੇ ਜਿਹੜੇ ਪਰਨਿਆਂ ਦੇ ਵਿੱਚੋਂ ਪਾੜ ਕੇ ਪੈਰਾਂ ਦੇ ਵਿੱਚ ਪੱਤੇ ਰੱਖ ਕੇ ਪੈਰਾਂ ਦੇ ਥੱਲੇ ਉੱਤੇ ਕੱਪੜੇ ਬੰਨ, ਕਿਉਂਕਿ ਰੇਤ ਥੱਲਿਓਂ ਦਰਿਆ ਬਿਆਸਾ ਦੀ ਰੇਤ ਤਪਦੀ ਸੀ, ਕਿਉਂਕਿ ਵਿੱਚ ਜਾ ਨਹੀਂ ਸਕਦੇ, ਜੰਗਲ ਨੂੰ ਅੱਗ ਲੱਗੀ ਸੀ। ਇਹਨਾਂ ਪਹਾੜੀ ਜਾਣਾ, ਜੋ ਪਹਾੜਾਂ ਵੱਲ ਗਏ ਤੇ ਪਹਾੜਾਂ ਅੱਗੋਂ ਪੱਥਰੇ ਮਾਰਨੇ ਸ਼ੁਰੂ ਕਰ ਦਿੱਤੇ। ਪਹਾੜੀ ਰਾਜੇ ਇਹਨਾਂ ਨਾਲ, ਮੁਗਲਾਂ ਨਾਲ ਮਿਲੇ ਸਨ, ਉਹਨਾਂ ਅੱਗੋਂ ਪੱਥਰ ਮਾਰੇ, ਹੁਣ ਤਾਂ ਵੀ ਨਹੀਂ ਚੜ ਸਕਦੇ ਸੀ। ਬਹੁਤ ਉਹ ਸਮਾਂ, ਔਖ ਦਾ ਸਮਾਂ ਕੱਟਣਾ ਪਿਆ। ਜਦੋਂ ਉਹ ਸੌਖ ਦਾ ਸਮਾਂ ਕੱਟਦਿਆਂ ਬਹੁਤ ਯਾਨੀ ਕਿ ਬਹੁਤ ਤਸ਼ੱਦਦ ਭਰਿਆ ਜਿਹੜਾ ਸੀ ਸਮਾਂ, ਉਹ ਗੁਜ਼ਾਰਨਾ ਪਿਆ। ਤਕਰੀਬਨ ਬਾਅਦ ਦੇ ਵਿੱਚ, ਇਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਸਿੱਖਾਂ ਦੇ ਨਾਲ ਦੂਸਰਾ ਵੱਡਾ ਤਸ਼ੱਦਦ ਹੋ ਗਿਆ, ਵੱਡਾ ਘੱਲੂਘਾਰੇ ਦੇ ਰੂਪ ਦੇ ਅੰਦਰ, ਜਿਸ ਦੇ ਵਿੱਚ ਜੋ ਕਿ 1762 ਦੇ ਵਿੱਚ ਜੋ ਵੱਡਾ ਘੱਲੂਘਾਰਾ ਹੋਇਆ, ਜਿਹਦੇ 50 ਤੋਂ 60 ਹਜ਼ਾਰ ਸਿੱਖ, ਉਹਨਾਂ ਦੀ ਵੀ ਮੌਤ ਗੁਰਸਿੱਖਾਂ ਦੀ ਵੀ ਹੋਈ। ਤਰੁਣਾ ਦਲ ਨੇ ਉਹ ਥੋੜਾ ਮੇਰਾ ਸ਼ੋਰੀ ਅਲੱਗ ਵਿਸ਼ਾ ਚਲਾ ਗਿਆ। ਉਸ ਸਮੇਂ ਜਿਹੜਾ ਤਰੁਣਾ ਦਲ ਸੀ, ਇਹ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਬੁੱਢਾ ਦਲ ਤੇ ਤਰੁਣਾ ਦਲ ਇਹ ਵੰਡੇ ਗਏ। ਵੰਡਣ ਤੋਂ ਬਾਅਦ ਇਹ ਜਦੋਂ ਆਪਸ ਦੇ ਵਿੱਚ ਛੋਟਾ ਘੱਲੂਘਾਰਾ ਸਮਾਪਤ ਹੁੰਦਾ ਆ, ਇੱਥੋਂ ਤੱਕ ਕਿ ਗੁਰਸਿੱਖਾਂ ਦੀ ਕੁਝ ਜਿਹੜੇ 3000 ਦੇ ਕਰੀਬ ਉਹਨਾਂ ਨੇ ਕੈਦ ਕੀਤੇ ਸਨ, ਜਿਹੜੇ ਇਹਨਾਂ ਚੋਂ ਬਚੇ, ਜਿਹੜੇ ਫੜੇ ਸਨ, ਕੋਈ ਤੇ ਸ਼ਹੀਦ ਹੋ ਗਏ 7-8 ਹਜ਼ਾਰ ਦੇ ਕਰੀਬ ਉਸ ਘੱਲੂਘਾਰੇ ਚ, ਛੋਟੇ ਘੱਲੂਘਾਰੇ ਦੇ ਵਿੱਚ। ਔਰ ਜਿਹੜੇ ਉਸ ਸਮੇਂ ਚੋਂ ਫੜੇ ਗਏ ਉਹ ਕੋਈ 3000 ਦੇ ਕਰੀਬ ਲਾਹੌਰ ਦੇ ਨਖਾਸ ਚੌਂਕ ਚ ਸ਼ਹੀਦ ਕੀਤੇ ਗਏ, ਜਿਨ੍ਹਾਂ ਦੇ ਵਿੱਚ ਬੀਬੀਆਂ, ਬੱਚੇ, ਜਿਹੜੇ ਅਸੀਂ ਦੇਖਦੇ ਹਾਂ, ਜਿਹੜੇ ਬੱਚਿਆਂ ਨੂੰ ਬੰਦ ਕਟਵਾਏ, ਚਰਖੜੀਆਂ ਦੇ ਉੱਤੇ ਚਾੜ ਕੇ ਸ਼ਹੀਦ ਕੀਤਾ, ਬੱਚਿਆਂ ਨੂੰ ਉੱਚੇ ਸੁੱਟ ਕੇ ਨੇਜਿਆਂ ਦੇ ਉੱਤੇ ਟੰਗ ਕੇ ਸ਼ਹੀਦ ਕਰਦੇ ਆ, ਜਾਂ ਫਿਰ ਗਲ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਰੋ ਕੇ ਗਲਾਂ 'ਚ ਪਾਏ, 1.25 ਮਣ ਦੇ ਪੀਸੇ। ਉਹ 1746 ਦਾ ਸਮਾਂ ਸੀ, ਜਿਹਦੇ ਵਿੱਚ ਸਿੱਖਾਂ ਨੂੰ ਇਹ ਤਸ਼ੱਦਦ ਝੱਲਣਾ ਪਿਆ। ਹੁਣ ਇਹ ਸਮਾਂ ਚੱਲਣ ਤੋਂ ਬਾਅਦ ਇਸ ਨੂੰ ਛੋਟਾ ਘੱਲੂਘਾਰਾ ਰੱਖਿਆ ਜਾਂਦਾ ਹੈ। ਇਹ ਪਹਿਲੀ ਵਾਰ ਸਿੱਖਾਂ ਦਾ ਇੰਨਾ ਵੱਡਾ ਭਾਰੀ ਨੁਕਸਾਨ ਹੋਇਆ ਸੀ। ਪਰ 16 ਸਾਲ ਤੋਂ ਬਾਅਦ ਫਿਰ ਕੋਪਰ ਹੀੜੇ ਦੇ ਅਸਥਾਨ ਤੇ ਉੱਤੇ ਜੋ ਕਿ ਬਾਅਦ ਚ ਇਸ ਤੋਂ ਗੁਰਸਿੱਖਾਂ ਨੇ ਕੀ ਕੀਤਾ ਕਿ ਜਿਹੜੇ ਪਾਵਨ ਬੀੜਾਂ ਨੂੰ ਵੀ ਛੁਡਵਾ ਦਿੱਤਾ। ਇਹ ਹੁਣ ਤੋਂ ਨਹੀਂ ਸਾਡੇ ਨਾਲ ਚੱਲਿਆ ਆ ਰਿਹਾ, ਇਹ ਸਾਡੇ ਨਾਲ ਬੜੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਮਹਾਰਾਜ ਸਰੂਪ, ਇਹ ਲਖਪਤ ਰਾਏ ਨੇ ਵੀ ਪਾਵਨ ਬੀੜਾਂ ਦਾ ਬੇਅਦਬੀਆਂ ਕੀਤੀਆਂ, ਸਿੱਖ ਧਰਮ ਦੇ ਧਾਮਾਂ ਨੂੰ ਬਰਬਾਦ ਕੀਤਾ, ਪਰ ਜ਼ੁਲਮ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਚਾਹੇ ਉਹ ਜ਼ਕਰੀਆ ਖਾਂ ਹੋਇਆ, ਚਾਹੇ ਮੀਰ ਮੰਨੂ ਹੋਇਆ, ਕੋਈ ਵੀ ਜਿਹੜਾ ਵੀ ਮੁਗਲ ਬਾਦਸ਼ਾਹ ਆਇਆ, ਵਕਤ ਦਾ ਹੁਕਮਰਾਨ ਆਇਆ, ਸਿੱਖਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਤਸ਼ੱਦਦ ਹੀ ਰੱਖਿਆ। ਸਨ 1747 ਵਿੱਚ ਵਿਸਾਖੀ ਮੌਕੇ ਤੇ ਸਰਬੱਤ ਖਾਲਸਾ ਫਿਰ ਬੁਲਾਇਆ ਗਿਆ। ਸਿੱਖਾਂ ਨੇ ਸਰਬੱਤ ਖਾਲਸਾ ਇਕੱਠਾ ਕੀਤਾ।
ਇੱਥੇ ਮਤਾ ਪਾਏ ਗਏ ਅੰਮ੍ਰਿਤਸਰ ਦੇ ਵਿੱਚ ਕਿਲ੍ਹਾ ਉਸਾਰੇ ਜਾਣ। ਇੱਥੇ ਰਾਮ ਰੌਣੀ ਦਾ ਕਿਲ੍ਹਾ ਫਿਰ ਉਸਾਰਿਆ ਗਿਆ, ਜੋ ਕਿ ਪ੍ਰਸਿੱਧ ਹੋਇਆ ਬਾਅਦ ਵਿੱਚ ਰਾਮ ਰੌਣੀ ਦੇ ਨਾਂ ਦੇ ਉੱਤੇ। ਇਸ ਤਰ੍ਹਾਂ ਲਖਪਤ ਰਾਏ ਦਾ ਸਾਰਾ ਹੰਕਾਰ ਸਿੱਖਾਂ ਨੂੰ ਖਤਮ, ਸਾਰਾ ਸਿੱਖਾਂ ਦੇ ਉੱਤੇ ਜ਼ੋਰ ਲਾਇਆ। ਸਰਬੱਤ ਖਾਲਸਾ ਨੇ ਫਿਰ ਅਗਲੇ ਸਾਲ ਵਿਸਾਖੀ ਦੇ ਉੱਤੇ ਫਿਰ ਇੱਕ ਸਰਬੱਤ ਖਾਲਸਾ ਸੱਦਿਆ। ਇਹਨਾਂ ਨੇ ਕੀ ਕੀਤਾ ਕਿ ਇਸ ਸਰਬੱਤ ਖਾਲਸਾ ਦੇ ਵਿੱਚ 11 ਮਿਸਲਾਂ ਦੇ ਵਿੱਚ ਸਿੱਖਾਂ ਨੂੰ, ਜਿਹੜੇ ਜਥੇਬੰਦੀਆਂ ਸਨ, ਉਹਨਾਂ ਨੂੰ ਵੰਡਿਆ। ਮਿਸਲਾਂ ਦੇ ਵਿੱਚ ਇਹਨਾਂ ਨੇ ਆਖਿਆ ਕਿ ਆਪਣੀ ਮਿਸਲਾਂ ਬੇਸ਼ੱਕ ਅਸੀਂ ਇੱਕ ਥਾਂ ਦੇ ਉੱਤੇ ਇਕੱਠੇ ਹੋਣਾ ਬੁੱਢਾ ਦਲ ਤੇ ਤਰਨਾ ਦਲ ਦਾ ਔਖਾ ਆ, ਜੇ ਇਕੱਠੇ ਰਹਿੰਦੇ ਆ ਤੇ ਸਿੱਖਾਂ ਨੂੰ ਹਰ ਥਾਂ ਦੇ ਉੱਤੇ ਮਾਤ ਪੈ ਸਕਦੀ ਆ। ਇਹਨਾਂ ਨੇ ਕੀ ਕੀਤਾ ਕਿ ਆਪਸ ਦੇ ਵਿੱਚ 11 ਮਿਸਲਾਂ ਦੇ ਵਿੱਚ ਵੰਡਿਆ। ਇਸ ਤੋਂ ਬਾਅਦ ਬਾਹਰਲੇ ਹਮਲੇ ਘਟਦੇ ਸਿੱਖਾਂ ਨੇ ਆਪਸ ਵਿੱਚ ਜਗੀਰਾਂ ਜਾਂ ਰਿਆਸਤਾਂ ਬਣਾ ਕੇ ਸਥਾਪਿਤ ਹੁੰਦੀਆਂ ਗਈਆਂ। ਇਲਾਕਿਆਂ ਦੇ ਵਿੱਚ ਖਿੱਚਾ ਤੋਹੀ, ਆਪਸ ਵਿੱਚ ਵੈਰ। ਸਰਬੱਤ ਖਾਲਸਾ ਦੇ ਇਹਨਾਂ ਦੇ ਰੁਝਾਨ ਦੇ ਨਾਲ ਇਹ ਆਪਸ ਦੇ ਵਿੱਚ ਟੁੱਟ ਕਰਕੇ, ਭਾਵ ਕਿ ਵੱਖ-ਵੱਖ ਥਾਵਾਂ ਦੇ ਉੱਤੇ ਹੋ ਕੇ ਆਪਣੇ ਜਥੇ ਬਣਾ ਕਰਕੇ ਤੇ ਇਹਨਾਂ ਨੇ ਆਪਣੇ ਮਿਸਲਾਂ ਬਣਾਉਣ ਦੀ ਗੱਲ ਕੀਤੀ। ਜਦੋਂ ਅਹਿਮਦ ਸ਼ਾਹ ਅਬਦਾਲੀ ਆਉਣ ਦਾ ਦਾਅਵੇਦਾਰ ਹੋਇਆ ਤੇ ਉਸ ਤੋਂ ਪਹਿਲਾਂ ਸਿੱਖਾਂ ਨੇ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਦੀ ਗਿਣਤੀ 66 ਜਥਿਆਂ ਤੱਕ ਬਣ ਚੁੱਕੀ ਸੀ। ਪਹਿਲਾਂ ਜਿਹੜੇ ਸੀ ਯਾਨੀ ਕਿ ਵੱਡੇ ਛੋਟੇ ਘੱਲੂਘਾਰੇ ਤੋਂ ਬਾਅਦ ਇਹਨਾਂ ਦੇ 30 ਤੋਂ 66 ਤੱਕ ਦੀਆਂ ਜਥੇਬੰਦੀਆਂ ਬਣ ਗਈਆਂ। ਲੇਕਿਨ 29 ਮਾਰਚ 1748 ਵਿੱਚ ਨਵਾਬ ਕਪੂਰ ਸਿੰਘ ਨੇ ਮਤਾ ਪਾਸ ਕੀਤਾ ਕਿ ਪੰਥ ਦੀ ਮਜ਼ਬੂਤੀ ਜਥੇਬੰਦੀ ਕਾਇਮ ਕਰਨ ਵਾਸਤੇ ਅਸੀਂ ਇੱਕ ਸਾਂਝੇ ਦਲ ਦਾ ਨਾਂ ਦਿੰਦੇ ਹਾਂ, ਦਲ ਖਾਲਸਾ ਰੱਖਿਆ ਗਿਆ। ਸਰਬਸੰਮਤੀ ਨਾਲ ਜੱਸਾ ਸਿੰਘ ਆਹਲੂਵਾਲੀਆ ਇਹਨਾਂ ਦਾ ਸਾਰਿਆਂ ਦਲਾਂ ਦਾ ਮੁਖੀ ਬਣਾਇਆ ਗਿਆ। ਉਸ ਦੇ ਅਧੀਨ ਇਹ 11 ਮਿਸਲਾਂ ਰੱਖੀਆਂ, ਜਿਸ ਦਾ ਨਾਮ ਮਿਸਲ ਆਹਲੂਵਾਲੀਆ, ਮਿਸਲ ਫੈਜ਼ਲਪੁਰੀਆ, ਮਿਸਲ ਸ਼ੁਕਰ ਚੱਕੀਆ, ਭੰਗੀ ਮਿਸਲ, ਨਿਸ਼ਾਨਾ ਵਾਲੀ ਮਿਸਲ, ਮਿਸਲ ਕਨਈਆ, ਮਿਸਲ ਨਕਈ, ਮਿਸਲ ਡੱਲਾਵਾਲੀਆ, ਮਿਸਲ ਸ਼ਹੀਦਾਂ, ਮਿਸਲ ਕਰੋੜ ਸਿੰਘੀਆ ਮਿਸਲ ਤੇ ਮਿਸਲ ਰਾਮਗੜੀਆ ਮਿਸਲ। ਇਹ ਜਿਹੜੀਆਂ ਮਿਸਲਾਂ ਸੀ, ਜਿਹਨੂੰ ਫੂਲਕੀਆ ਮਿਸਲ ਵੀ ਆਖਿਆ ਜਾਂਦਾ ਸੀ, ਇਹ ਮਿਸਲਾਂ ਬਣਾਈਆਂ। ਜਦੋਂ 11 ਮਿਸਲਾਂ ਬਣਾਉਣੀਆਂ ਕੀਤੀਆਂ, ਇਹਨਾਂ ਨੇ 11 ਮਿਸਲਾਂ ਜਦੋਂ ਬਣਾਈਆਂ ਤੇ ਇਹਨਾਂ ਮਿਸਲ, ਅਸਲ ਚ ਮਿਸਲ ਦਾ ਜਦੋਂ ਅਸੀਂ ਅਰਥ ਪੜ੍ਹਦੇ ਹਾਂ ਨਾ, ਮਿਸਲ ਸ਼ਬਦ ਦਾ ਜਿਹੜਾ ਵਿਦਵਾਨ ਕਈ ਅਰਥ ਕੀਤੇ ਗਏ ਨੇ, ਪਰ ਇਸ ਮਿਸਲ ਮੁੱਖ ਤੌਰ ਦੇ ਉੱਤੇ ਅਰਥ ਆ ਰਿਹਾ ਜਿਸ ਦਾ ਅਰਬੀ ਤੇ ਫਾਰਸੀ ਦਾ ਜ਼ਿਕਰ ਹੈ ਕਿ ਫਾਈਲ ਜਾਂ ਖੁੱਲੇ ਕਾਗਜ਼ਾਂ ਦਾ ਸਮੁੱਚਾ ਸਮੂਹ, ਕਿਉਂਕਿ ਜਥੇ ਦੇ ਵਿੱਚ ਕਾਰਗੁਜ਼ਾਰੀ ਦਾ ਵੇਰਵਾ ਅਕਾਲ ਤਖਤ ਸਾਹਿਬ ਉੱਤੇ ਰੱਖਿਆ ਜਾਂਦਾ ਸੀ, ਜੋ ਕਿ ਸਾਲ ਦੇ ਵਿੱਚ 2 ਵਾਰੀ ਦੀਵਾਲੀ ਤੇ ਵਿਸਾਖੀ ਦੇ ਉੱਤੇ ਹਰ ਸਾਲ ਮਿਸਲ ਆਉਂਦੀ ਸੀ ਤੇ ਆਣ ਕੇ ਆਪਣਾ ਕਿਹੜੀਆਂ ਜਿੱਤਾਂ ਹੋਈਆਂ, ਕੀ ਕਾਰਗੁਜ਼ਾਰੀ ਕੀਤੀ, ਪੰਥ ਦੇ ਵਾਸਤੇ ਕੀ ਕਾਰਜ ਕੀਤੇ, ਸਾਰਿਆਂ ਦਾ ਲੇਖਾ ਜੋਖਾ ਅਕਾਲ ਤਖਤ ਸਾਹਿਬ ਦੇ ਉੱਤੇ ਹੋਇਆ ਕਰਦਾ ਸੀ। ਤੇ ਜੱਸਾ ਸਿੰਘ ਆਹਲੂਵਾਲੀਆ ਸਾਰਾ ਇਹ ਦੇਖਣਾ ਕਰਦੇ ਸਨ, ਜਿਸ ਨੂੰ ਸਮੇਂ ਦੇਖ ਰੇਖ ਕਰਦੇ ਸਨ। ਇਹਦਾ ਦੂਜਾ ਅਰਥ ਇਹ ਸੀ ਕਿ ਉਹ ਜਥਾ ਜਾਂ ਟੋਲਾ ਜਾਂ ਸੈਨਿਕ ਟੁਕੜੀ, ਜੋ ਕਵੀ ਸੈਨਾਪਤੀ ਨੇ ਸ਼੍ਰੀ ਗੁਰੂ ਸ਼ੋਭਾ ਗ੍ਰੰਥ ਦੇ ਵਿੱਚ ਇਸ ਦੇ ਅਰਥਾਂ ਵਜੋਂ ਵਰਤੇ ਨੇ। ਸਿੱਖ ਇਤਿਹਾਸ ਦੇ ਵਿੱਚ, ਸਾਹਿਤ ਦੇ ਵਿੱਚ 18ਵੀਂ ਸਦੀ ਵਿੱਚ ਸਿੱਖ ਦਸਤਿਆਂ ਲਈ ਵਰਤਿਆ ਗਿਆ। ਇਹ ਜਾਨੀ ਕਿ ਸਿੱਖ ਵਿਸ਼ਵਕੋਸ਼ ਦੇ ਵਿੱਚ ਇਸਦੇ ਅਰਥ ਆਉਂਦੇ ਨੇ ਕਿ 18ਵੀਂ ਸਦੀ ਵਿੱਚ ਸਿੱਖ ਰਿਆਸਤਾਂ ਦੀ ਬਣ ਗਈ। ਹੁਣ ਇਹ ਮਿਸਲਾਂ ਦੇ ਕੁਝ ਨਿਯਮ ਵੀ ਸਨ ਕਿ ਮਿਸਲ ਦੇ ਵਿੱਚ ਕੌਣ ਰਹਿ ਸਕਦਾ ਹੈ, ਕੌਣ ਕਿਸ ਤਰੀਕੇ ਨਾਲ ਕਰ ਸਕਦਾ ਹੈ। ਇਹਨਾਂ ਮਿਸਲਾਂ ਵਿੱਚ ਪਹਿਲੀ ਗੱਲ, ਹਰ ਬੰਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ। ਹਰੇਕ ਮਿਸਲ ਦੇ ਵਿੱਚ ਬਿਨਾਂ ਕਿਸੇ ਜਾਤ ਪਾਤ, ਬਿਨਾਂ ਕਿਸੇ ਭਿੰਨ ਪਦ ਸ਼ਾਮਲ ਹੋ ਸਕਦਾ ਹੈ। ਤੀਜੀ ਸ਼ਰਤ ਸੀ ਕਿ ਇਹ ਚੰਗਾ ਘੋੜਸਵਾਰ ਵੀ ਹੋਵੇ, ਸ਼ਸਤਰਬਾਜ਼, ਤੇਜ਼ ਚਲਾਉਣ ਯਾਨੀ ਤਲਵਾਰ ਨੇਜਾ ਚਲਾਉਣ ਵਿੱਚ ਨਿਪੁੰਨ ਹੋਵੇ। ਅਸਲੋਂ ਇਹ ਘੋੜਸਵਾਰ ਦਸਤੇ ਦੇ ਵਿੱਚ ਵੀ ਹੋਵੇ। ਇੱਕ ਮਿਸਲ ਦਾ ਮੈਂਬਰ ਦੂਜੀ ਮਿਸਲ ਚ ਸ਼ਾਮਲ ਹੋ ਸਕਦਾ ਹੈ, ਭਾਵੇਂ ਤੁਸੀਂ ਇੱਕ ਮਿਸਲ ਚ ਦੂਜੀ ਮਿਸਲ ਚ ਵੀ ਜਾ ਸਕਦੇ ਹੋ ਸੀ। ਹਰ ਯੋਧੇ ਪਾਸ ਘੋੜਾ, ਬੰਦੂਕ, ਸ਼ਸਤਰ, 2 ਕੰਬਲ, ਬਰੂਦ ਦੇ ਥੈਲੇ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੌਜੂਦ ਹੁੰਦੀਆਂ ਸਨ। ਸਾਰੀਆਂ ਮਿਸਲਾਂ ਸਰਬੱਤ ਖਾਲਸੇ ਦੇ ਹੁਕਮ ਦੇ ਅਧੀਨ ਸਨ। ਜੋ ਵੀ ਅਕਾਲ ਤਖਤ ਤੋਂ ਹੁਕਮ ਹੁੰਦਾ ਸੀ
ਉਹ ਮੰਨਣਾ ਪੈਂਦਾ ਸੀ। ਵਿਸਾਖੀ ਤੇ ਦੀਵਾਲੀ ਅਕਾਲ ਤਖਤ ਤੇ ਇਕੱਤਰਤਾ ਹੁੰਦੀ ਸੀ ਤੇ ਇਹਨਾਂ ਮਿਸਲਾਂ ਦਾ 70,000 ਯੋਧੇ ਸ਼ਾਮਲ ਦੱਸੇ ਜਾਂਦੇ ਸਨ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਦੀ ਗਿਣਤੀ 2 ਲੱਖ ਤੱਕ ਵੀ ਮੰਨੀ ਗਈ ਹੈ। ਉਸ ਸਮੇਂ ਇਹਨਾਂ ਸਿੱਖਾਂ ਦੀ ਆਮਦਨ ਦਾ ਮੁੱਢਲਾ ਸਾਧਨ ਲੁੱਟਮਾਰ ਹੀ ਸੀ, ਭਾਵੇਂ ਕਿ ਇਹ ਕਿਸੇ ਗਰੀਬ ਨੂੰ ਕਿਸੇ ਨੂੰ ਲੁੱਟਦੇ ਨਹੀਂ, ਬਲਕਿ ਮੁਗਲ ਹੁਕਮਰਾਨਾਂ ਨੂੰ ਹੀ ਜਾਂ ਸ਼ਾਹੂਕਾਰਾਂ ਨੂੰ, ਜਿਹੜੇ ਮੁਗਲ ਸਲਤਨਤ ਸਨ, ਉਹਨਾਂ ਨੂੰ ਲੁੱਟਿਆ ਕਰ ਰਹੇ ਤੇ ਆਪਣੀਆਂ ਜ਼ਗੀਰਾਂ ਬਣਾਉਂਦੇ, ਜਿਨ੍ਹਾਂ ਦੀ ਬਾਅਦ ਦੇ ਵਿੱਚ ਇਹ ਮਿਸਲਾਂ ਨੇ ਰਾਖੀ ਪ੍ਰਥਾ ਸ਼ੁਰੂ ਕੀਤੀ, ਭਾਵੇਂ ਕਿ ਜਿਹੜੇ ਇਹਨਾਂ ਨੂੰ ਆਪਣਾ ਟੈਕਸ ਦਿਆ ਕਰਦੇ ਸਨ ਉਹਨਾਂ ਦੀ ਰਾਖੀ ਫਿਰ ਇਹ ਆਪ ਕਰਿਆ ਕਰਦੇ ਸਨ। ਉਹ ਰਾਖੀ ਪ੍ਰਥਾ ਦੇ ਵਿੱਚ ਉਪਜ ਦਾ 5ਵਾਂ ਹਿੱਸਾ ਮਿਸਲ ਵਾਲਿਆਂ ਨੂੰ ਦਿਆ ਕਰੇ, ਭਾਵੇਂ ਕਿ ਜਿੱਦਾਂ ਜਿਸ ਸਮੇਂ ਜਿਹੜੀਆਂ ਜਿੱਤਾਂ ਕਰ ਲੈਂਦੇ ਸਨ, ਜਿਸ ਇਲਾਕੇ ਦੇ ਵਿੱਚ ਸਿੱਖਾਂ ਦਾ ਰਾਜ ਹੋ ਜਾਇਆ ਕਰਦਾ ਸੀ ਜਿਸ ਮਿਸਲ ਦਾ, ਭਾਵੇਂ ਕਿ ਜਿਵੇਂ ਸਾਰੀਆਂ ਮਿਸਲਾਂ ਆਲੂ ਵਾਲੀ ਮਿਸਲ ਦਾ ਜਿਸ ਇਲਾਕੇ ਦੇ ਵਿੱਚ ਨਾਮ ਸੀ, ਜਾਂ ਉਹ ਜਿੰਨਾ ਵੀ ਇਲਾਕੇ ਜਿਹੜਾ ਉਪਜ ਦਾ 5ਵਾਂ ਹਿੱਸਾ ਦਿਆ ਕਰਦੇ ਸਨ, ਉਹਦੇ ਕਰਕੇ ਉਹਦੇ ਵਿੱਚੋਂ ਸਿਪਾਹੀਆਂ ਨੂੰ ਤਨਖਾਹ ਵੀ, ਸਿਪਾਹੀਆਂ ਗੁਰਸਿੱਖਾਂ ਨੂੰ ਸਾਰਾ ਕੁਛ, ਰੋਟੀ ਪਾਣੀ ਲੰਗਰ ਦਾ ਸਾਰਾ ਕੁਛ ਚੱਲਿਆ ਕਰਦਾ ਸੀ, ਰਹਿਣ ਸਹਿਣ ਵਾਸਤੇ ਸਾਰਾ ਕੁਛ ਕਰਦੇ ਸਨ। ਤੇ ਉਸ ਦੇ ਇਲਾਕੇ ਦੇ ਵਿੱਚ ਬਟਾਈ ਵਿਧੂ ਲਾਗੂ ਕੀਤੀ ਗਈ, ਵਿਸ਼ੇਸ਼ ਰੂਪ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੇ ਵਾਸਤੇ। ਇਹ ਜਿਹੜਾ ਇਹ ਅਸੀਂ ਸਿਰਫ ਉਹ ਤਕਰੀਬਨ ਅਜੇ 50 ਕੁ ਸਾਲ ਦਾ ਵਕਫੇ ਜਾਂ 40 ਕੁ ਸਾਲ ਦਾ ਵਕਫਾ ਅਸੀਂ ਵਿਚਾਰਿਆ ਆ ਕਿ ਕਿਵੇਂ ਬੰਦਾ ਸਿੰਘ ਬਹਾਦਰ ਤੋਂ, ਕਿਉਂਕਿ ਉਸ ਸਮੇਂ ਸੰਘਰਸ਼ ਸ਼ੁਰੂਆਤ ਹੋਈ ਸੀ, ਬੰਦਾ ਸਿੰਘ ਬਹਾਦਰ ਤੋਂ ਲੈ ਕਰਕੇ ਅਜੇ ਅਸੀਂ 1748 ਤੱਕ ਹੀ ਪਹੁੰਚੇ ਹਾਂ, ਜਿਹਦੇ ਵਿੱਚ ਸੰਘਰਸ਼ ਸੀ। ਹੁਣ ਸੰਘਰਸ਼ ਤੋਂ ਅਗਲਾ ਜਿਹੜਾ ਸਿੱਖ ਰਾਜ ਦੀ ਕੀ ਬਣਦੀ ਆ, ਉਹ ਸਿੱਖ ਰਾਜ ਕਿਵੇਂ ਬਣਦਾ ਆ, ਅੱਗੇ ਸਿੱਖ ਮਿਸਲਾਂ ਜਿਹੜੀਆਂ ਆਉਂਦੀਆਂ ਨੇ, ਮਿਸਲਾਂ ਵੀ ਕਾਫੀ ਸਮਾਂ ਮੰਗਦੀਆਂ, ਕਿਉਂਕਿ ਹਰੇਕ ਮਿਸਲ ਦਾ ਆਪਣਾ ਆਪਣਾ ਰੂਲ ਸੀ, ਆਪਣਾ ਨੇਤਾ ਸੀ, ਆਪਣਾ ਇਲਾਕਾ ਸੀ। ਉਸ ਦੇ ਬਾਰੇ ਕੋਸ਼ਿਸ਼ ਕਰਾਂਗੇ, ਮੈਨੂੰ ਲੱਗਦਾ ਸਮਾਂ ਹੋ ਗਿਆ, ਫਿਰ ਅਸੀਂ ਅਗਲੀ ਵਾਰੀ ਕਿਸੇ ਕਲਾਸ ਦੇ ਵਿੱਚ ਆਪਾਂ ਮਿਸਲਾਂ ਦੇ ਬਾਰੇ, ਇਕੱਲੀਆਂ ਮਿਸਲਾਂ ਦੇ ਬਾਰੇ ਹੀ ਵਿਚਾਰ ਕਰਾਂਗੇ। ਸੋ ਇੰਨੀਆਂ ਕੁ ਵਿਚਾਰਾਂ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।